ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਹਾਂਜੀ ਦੋਹਰਾ ਕਰ ਇਸ਼ਨਾਨ ਸਤਿਗੁਰ ਆਏ ਬੈਠੇ ਲਾਏ ਦੀਵਾਨ ਸੁਨ ਸੁਨ ਸੁਧ ਅਚਰਜ ਕਰਤ ਕਿਆ ਹੋਏ ਗਈ ਮਹਾਨ ਕਰ ਇਸ਼ਨਾਨ ਸਤਿਗੁਰ ਆਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਹੀ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪਾਂ ਸਾਰੇ ਹੀ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਜਸ
ਸੁਣ ਰਹੇ ਹਾਂ, ਗੁਰੂ ਜੀ ਦੇ ਬੜੇ ਸੋਹਣੇ ਦਰਸ਼ਨ ਕਰ ਰਹੇ ਹਾਂ। ਆਓ ਕੁਝ ਸਮਾਂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪਾਂ ਸਾਰਿਆਂ ਨੇ ਸਰਵਣ ਕਰਨੀ ਹੈ। ਸਭ ਸੰਗਤ ਪਿਆਰ ਵਿੱਚ ਆਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਅਟਲ ਰਾਏ ਸਾਹਿਬ ਜੀ ਕਿਵੇਂ ਫਿਰ ਮੋਹਣ ਨੂੰ ਜਿਉਂਦਾ ਕੀਤਾ, ਖੇਡਦਿਆਂ ਖੇਡਦਿਆਂ ਮੁੜ ਵਾਪਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ। ਗੁਰੂ ਜੀ ਦਾ ਬਚਨ ਕਰਨਾ ਵੀ ਹੁਣ ਜਾਂ ਤੁਸੀਂ ਤੇ ਜਾਂ ਅਸੀਂ। ਕਿਉਂ? ਸੰਸਾਰੀ ਲੋਕ ਕਰਾਮਾਤਾਂ ਦੇ ਭੁੱਖੇ ਹੁੰਦੇ ਆ। ਸੰਸਾਰੀ ਲੋਕਾਂ ਦਾ ਸੁਭਾਅ ਇਹ ਹੈ, ਆਪਣਾ ਮਤਲਬ ਪੂਰਾ ਹੋਣਾ ਚਾਹੀਦਾ। ਕਿਸੇ ਉੱਤੇ ਕਿੰਨਾ ਵੀ ਜ਼ੋਰ ਪੈ ਜਾਵੇ, ਲੋਡ ਪੈ ਜਾਵੇ, ਸਾਡਾ ਮਤਲਬ ਪੂਰਾ ਹੋਣਾ ਚਾਹੀਦਾ ਜੀ। ਸੋ ਮਹਾਰਾਜ ਜੀ ਨੇ ਸਾਰੀ ਗੱਲ ਜਾਣ ਕੇ ਸਮਝ ਕੇ ਇਹ ਗੱਲ ਕਹੀ। ਪਰ ਫਿਰ ਬਾਬਾ ਅਟਲ ਰਾਏ ਜੀ ਪੁੱਤਰ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇ ਨਾ ਜੀ, ਸਪੁੱਤਰ ਹਨ। ਬਾਬਾ ਜੀ ਸਤ ਬਚਨ ਕੀਤਾ ਸੰਗਤ ਜੀ, ਤੇ ਬਾਬਾ ਜੀ ਬਿਨਾਂ ਕੁਝ ਬੋਲੇ, ਜਿੱਥੇ ਅੱਜ ਬੀਬੀ ਕੌਲਾਂ ਜੀ ਦਾ ਅਸਥਾਨ ਹੈ, ਇਸ ਜਗ੍ਹਾ ਬਾਬਾ ਜੀ ਨੇ ਆ ਕੇ ਸਰੀਰ ਤਿਆਗ ਦਿੱਤਾ ਜੀ। ਖਬਰਾਂ ਫੈਲ ਗਈਆਂ, ਸਾਰੇ ਆਏ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੈ, ਤੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਫਿਰ ਜਿਹੜੇ ਬਚਨ ਹੋਏ ਹੈ ਉਹ ਸੰਗਤ ਜੀ ਆਪ ਜੀ ਨੇ ਸਰਵਣ ਕੀਤੇ। ਜੋ ਜੋ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੇ ਬਾਰੇ ਕਹੇ, ਤੁਸੀਂ ਸ਼ਹਿਰ ਦੇ ਸੂਬੇਦਾਰ ਹੋਵੋਗੇ, ਸਭ ਤੋਂ ਉੱਚਾ ਮੰਦਰ ਤੁਹਾਡਾ ਹੋਏਗਾ, ਮਨ ਇੱਛੇ ਫਲ ਤੁਹਾਡੇ ਅਸਥਾਨ ਤੋਂ ਪ੍ਰਾਪਤ ਹੋਣਗੇ, ਜਿਹਦੀ ਤੁਹਾਡੇ ਚਰਨਾਂ 'ਚ ਅਰਦਾਸ ਹੋਵੇਗੀ ਉਹਦੀ ਰਾਖੀ ਤੁਸੀਂ ਕਰੋਗੇ, ਤੁਹਾਡਾ ਅਸਥਾਨ ਸੋਨੇ ਦਾ ਬਣੇਗਾ। ਇਹ ਸਾਰੀ ਕਥਾ ਤੁਸੀਂ ਸਰਵਣ ਕੀਤੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਵਿੱਚ ਆਓ, ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਇਸ਼ਨਾਨ ਸਤਿਗੁਰ ਆਏ, ਬੈਠੇ ਲਾਏ ਦੀਵਾਨ। ਸਾਧ ਸੰਗਤ ਜੀ, ਇਹਦੇ ਤੋਂ ਬਾਅਦ ਅਗਲੇ ਦਿਨ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸ਼ਨਾਨ ਕਰਕੇ ਤੇ ਕੁਝ ਉਸੇ ਦਿਨ ਦੀ ਵੀ ਇਹ ਗੱਲ ਦੱਸਦੇ ਹਨ ਕਿ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਹੋ ਗਿਆ। ਸਰੀਰ ਨੂੰ ਅਗਨ ਭੇਟ ਕਰਕੇ ਵਰ ਦੇ ਕੇ ਤੇ ਸੱਚੇ ਪਾਤਸ਼ਾਹ ਜੀ ਫਿਰ ਇਸ਼ਨਾਨ ਪਾਨ ਕਰਕੇ ਅਕਾਲ ਤਖਤ ਸਾਹਿਬ ਆ ਕੇ ਬੈਠ ਗਏ ਜੀ। ਦੀਵਾਨ ਲੱਗਾ ਉੱਥੇ। ਹਾਂਜੀ। ਸੁਨ ਸੁਨ ਸੁਧ ਅਚਰਜ ਕਰਤ। ਸਾਰੇ ਜਿਹਨੂੰ ਪਤਾ ਲੱਗਾ ਵੀ ਬਾਬਾ ਅਟਲ ਰਾਏ ਜੀ ਸਹਿਜੇ ਹੀ ਸਰੀਰ ਤਿਆਗ ਗਏ, ਪਤਾ ਹੀ ਨਹੀਂ ਲੱਗਾ ਬਹੁਤਿਆਂ ਨੂੰ। ਤੇ ਜਿਹਨੂੰ ਵੀ ਪਤਾ ਲੱਗਾ ਨਾ ਜੀ, ਉਹ ਹੈਰਾਨ ਹੋਵੇ ਜੀ, ਹੈਰਾਨ ਹੋਵੇ। ਕਿਆ ਹੋਏ ਗਈ ਮਹਾਨ। ਉਹ ਸੋਚੇ ਵੀ ਐਡੀ ਵੱਡੀ ਘਟਨਾ ਇੱਕਦਮ ਕਿਵੇਂ ਹੋ ਗਈ, ਇਹ ਕੀ ਗੱਲ ਹੋ ਗਈ। ਵੇਖੋ ਜੀ, ਬਸ ਬਾਬਾ ਜੀ ਗਏ ਜੀ, ਜਾ ਕੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸਰੀਰ ਤਿਆਗ ਦਿੱਤਾ ਜੀ। ਹਾਂਜੀ, ਅਸਲ 'ਚ ਉਹ ਸਰੀਰ ਦੇ ਬੰਧਨ 'ਚ ਨਹੀਂ ਨਾ ਹੈਗੇ ਜੀ। ਆਮ ਬੰਦੇ ਅਸੀਂ ਤੁਸੀਂ ਸਾਰੇ ਸਰੀਰ ਦੇ ਬੰਧਨ 'ਚ ਹੈਗੇ। ਤਿੰਨ ਤਰ੍ਹਾਂ ਦਾ ਤੇ ਸਾਡਾ ਸਰੀਰ ਹੀ ਹੈਗਾ ਜੀ। ਇੱਕ ਆ ਸਥੂਲ ਸਰੀਰ ਹੈ, ਇੱਕ ਸੂਖਮ ਸਰੀਰ ਹੈ, ਇੱਕ ਕਾਰਨ ਸਰੀਰ ਹੈਗਾ ਜੀ। ਹਾਂਜੀ, ਤੇ ਸਰੀਰ ਹੀ ਤਿਆਗਿਆ ਬਾਬਾ ਅਟਲ ਰਾਏ ਜੀ ਨੇ। ਬਾਬਾ ਅਟਲ ਰਾਏ ਗਏ ਥੋੜ੍ਹੀ ਕਿਤੇ ਜੀ, ਸਰੀਰ ਹੀ ਤਿਆਗਿਆ ਨਾ ਜੀ। ਬਸ ਆ ਸਥੂਲ ਸਰੀਰ ਵਿੱਚੋਂ ਬਾਹਰ ਨਿਕਲ ਗਏ ਜੀ ਉਹ। ਹਾਂਜੀ, ਗਿਆਨੀ ਇਸ ਅਵਸਥਾ ਵਿੱਚ ਜਿਉਂਦਾ ਜੀ, ਗਿਆਨਵਾਨ ਪੁਰਸ਼ ਜਿਹੜਾ ਜੀ। ਹਾਂਜੀ, ਜਿਹੜਾ ਸਾਡਾ ਸੂਖਮ ਸਰੀਰ ਹੈ, ਉਹਦੀਆਂ ਵੀ ਅੱਖਾਂ, ਕੰਨ, ਨੱਕ, ਮੂੰਹ, ਪੈਰ, ਲੱਤਾਂ, ਸਿਰ, ਧੜ ਸਭ ਕੁਝ ਹੁੰਦਾ ਜੀ। ਪਰ ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਅਸੀਂ ਸੁਪਨੇ 'ਚ ਵੇਖਦੇ ਹਾਂ, ਸਾਡਾ ਹੀ ਸਰੀਰ ਹੁੰਦਾ, ਪਰ ਅਸੀਂ ਤੇ ਲੰਮੇ ਪਏ ਹਾਂ।
ਤੇ ਫਿਰ ਉਹ ਕਿਹੜਾ ਹੈ ਜਿਹੜਾ ਸੁਪਨੇ 'ਚ ਤੁਰਿਆ ਫਿਰਦਾ, ਉਹ ਕਿਹੜਾ ਸਰੀਰ ਹੈ? ਉਹਨੂੰ ਕਹਿੰਦੇ ਸੂਖਮ ਸਰੀਰ। ਇਹਨੂੰ ਤਿਆਗ ਦਿੰਦਾ ਬੰਦਾ, ਸਰੀਰ ਤਿਆਗਿਆ ਜਾਂਦਾ ਜੀ। ਸੋ ਸਾਰੇ ਲੋਕਾਂ ਲਈ ਤਾਂ ਬੜੀ ਹੈਰਾਨ ਵਾਲੀ ਗੱਲ ਹੈ ਜੀ, ਬਾਬਾ ਜੀ ਸਰੀਰ ਤਿਆਗ ਗਏ, ਸਾਰੇ ਬੜੇ ਹੈਰਾਨ ਹੋਣ ਜੀ। ਹਾਂਜੀ। ਚੌਪਈ ਪੁਰ ਜਨ ਊਚ ਨੀਚ ਤਬ ਆਏ। ਨਗਰ ਦੇ ਵਿੱਚ ਕੋਈ ਅਮੀਰ ਹੈ, ਕੋਈ ਗਰੀਬ ਹੈ, ਕਿਸੇ ਦੀ ਉਮਰ ਸਿਆਣੀ ਹੈ, ਕਿਸੇ ਦੀ ਉਮਰ ਛੋਟੀ ਹੈ, ਹਰ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਜੀ। ਹਾਂਜੀ। ਸਭ ਬੋਲਤ ਬਹੁ ਸ਼ੋਕ ਵਧਾਏ। ਸਾਰੇ ਅਫਸੋਸ ਵਾਲੀਆਂ ਗੱਲਾਂ ਕਰਨ, ਦੁਖੀ ਹੋ ਕੇ ਸਾਰੇ ਗੱਲਾਂ ਕਰਨ। ਹਾਂਜੀ। ਮਹਾਰਾਜ ਇਹ ਗਤ ਕਿਆ ਕਰੀ। ਸੱਚੇ ਪਾਤਸ਼ਾਹ ਇਹ ਕੀ ਲੀਲਾ ਵਰਤਾਈ ਆਪ ਜੀ ਨੇ। ਹਾਂਜੀ। ਬਾਲ ਅਵਸਥਾ ਅਜਹੂ ਨਾ ਟਰੀ। ਧੰਨ ਬਾਬਾ ਜੀ, ਬਾਬਾ ਅਟਲ ਰਾਏ ਜੀ ਦੀ ਅਜੇ ਬਚਪਨ ਦੀ ਵੀ ਉਮਰ ਪੂਰੀ ਨਹੀਂ ਸੀ ਹੋਈ ਜੀ। ਬਚਪਨ ਤੱਕ ਦੀ ਉਮਰ 12 ਸਾਲ ਤੱਕ ਦੀ ਹੈਗੀ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੱਸਦੇ, ਜਿਨ੍ਹਾਂ ਦੇ ਚਰਨਾਂ 'ਚ ਆਪਾਂ ਬੈਠੇ ਹਾਂ। 12 ਬਰਸ ਤੱਕ ਬਚਪਨ ਬੀਤਾ। ਹਾਂਜੀ। ਬਚਪਨ ਦੀ ਉਮਰ 12 ਸਾਲ ਦੀ ਹੈਗੀ ਹੈ, ਤੇ ਬਾਬਾ ਜੀ ਦੀ ਅਜੇ ਬਚਪਨ ਦੀ ਉਮਰ ਪੂਰੀ ਨਹੀਂ ਸੀ ਹੋਈ ਜੀ। ਹਾਂਜੀ। ਮਹਾ ਸ਼ਕਤ ਜੁਤ ਸਾਹਿਬ ਜਾਦੇ। ਫਿਰ ਸਾਹਿਬਜ਼ਾਦਾ ਜੀ, ਬਾਬਾ ਜੀ, ਬਾਬਾ ਅਟਲ ਰਾਏ ਜੀ ਬੜੇ ਵੱਡੇ ਸ਼ਕਤੀ ਵਾਲੇ ਸਨ। ਹਾਂਜੀ। ਸਭ ਪੁਰ ਜਨਨ ਦੇਤ ਅਹਿਲਾਦੇ। ਅੰਮ੍ਰਿਤਸਰ ਦੇ ਸਾਰੇ ਜੀਆਂ ਨੂੰ ਬਾਬਾ ਅਟਲ ਰਾਏ ਜੀ ਖੁਸ਼ੀ ਦਿੰਦੇ, ਸੁੱਖ ਦਿੰਦੇ। ਹਾਂਜੀ। ਸਕਲ ਬਾਲ ਕੇ ਸੰਗ ਫਿਰੰਤੇ। ਸਾਰੇ ਬਾਲਾਂ ਦੇ ਨਾਲ ਮਿਲ ਕੇ ਖੇਡਦੇ ਹੁੰਦੇ ਸਨ ਬਾਬਾ ਅਟਲ ਰਾਏ ਜੀ। ਨਿਸਮੈ ਨੀਠ ਨੀਠ ਬਿਸ਼ਰੰਤੇ। ਬਾਲਕਾਂ ਦਾ ਤੇ ਬਾਬਾ ਜੀ ਦੇ ਕੋਲੋਂ ਵਿਛੜਨ ਦਾ ਜੀ ਨਹੀਂ ਸੀ ਕਰਦਾ ਹੁੰਦਾ ਜੀ। ਮਸਾਂ ਹੀ ਵਿਛੜਦੇ ਸੀਗੇ, ਮਸਾਂ ਹੀ ਘਰ ਜਾਂਦੇ ਸਨ, ਨਹੀਂ ਤੇ ਜੀ ਕਰਦਾ ਸੀ ਬਾਬਾ ਜੀ ਦੇ ਨਾਲ ਹੀ ਆਰਾਮ ਕਰੀਏ। ਹਾਂਜੀ। ਇਤਿਆਦਿਕ ਬਚ ਕਹਿਤ ਸੁਣਾਵੇ। ਇਸ ਤਰੀਕੇ ਨਾਲ ਸਾਰੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਜੀ, ਆਪਸ ਵਿੱਚ ਗੱਲਾਂ ਕਰ ਰਹੇ, ਕੁਝ ਗੁਰੂ ਸਾਹਿਬ ਨਾਲ ਕਰ ਰਹੇ ਆ ਜੀ। ਗੁਰੂ ਸਭਨ ਕੋ ਸ਼ੁਭ ਸਮਝਾਵੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਸਾਰੀ ਸੰਗਤ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਈ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਸਾਰਿਆਂ ਨੂੰ ਸਿੱਖਿਆ ਦਿੱਤੀ। ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਫਿਰ ਸਾਰਿਆਂ ਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਕਹਿਣ ਲੱਗੇ ਜੀ। ਹਾਂਜੀ। ਦੇਵ ਗਤੀ ਕੁਛ ਲਖੀ ਨਾ ਜਾਈ। ਜਿਹੜੇ ਪਰਮੇਸ਼ਰ ਦੀ ਗਤੀ ਹੈ ਨਾ, ਦੇਵ ਪਰਮੇਸ਼ਰ ਦੀ ਗਤੀ, ਪਰਮੇਸ਼ਰ ਦੀ ਲੀਲਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਬੰਦਾ ਸਮਝ ਨਹੀਂ ਸਕਦਾ ਜੀ। ਕੋਈ ਆਖੇ ਮੈਂ ਰੱਬ ਦੀ ਲੀਲਾ ਸਮਝ ਲਵਾਂ, ਨਹੀਂ ਸਮਝ ਆਉਂਦੀ ਜੀ। ਹਾਂਜੀ। ਜਿਸ ਕੇ ਬਸ ਤ੍ਰੈ ਲੋਕ ਸਦਾਈ। ਮਹਾਰਾਜ ਕਹਿੰਦੇ ਸੰਗਤ ਜੀ, ਪਰਮੇਸ਼ਰ ਜੀ ਦੀ ਲੀਲਾ ਦੇ ਅਨੁਸਾਰ ਹੀ ਤਿੰਨੋਂ ਲੋਕਾਂ ਵਿੱਚ ਲੋਕ ਕੰਮ ਕਰਨ ਦੇ ਆ ਜੀ। ਧਰਤੀ, ਪਤਾਲ, ਆਕਾਸ਼ ਸਭ ਪਰਮੇਸ਼ਰ ਦੇ ਹੁਕਮ 'ਚ ਹੈਗਾ। ਕਹਿਣ ਲੱਗੇ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈਗਾ ਜੀ। ਹਾਂਜੀ। ਬਾਲਕ ਤਰੁਣ ਬ੍ਰਿਧ ਨਹਿ ਜਾਣੈ। ਹਾਂਜੀ। ਬਲੀ ਨੇ ਬਲੀ ਏਕ ਸਮ ਮੰਨੈ। ਉਹ ਪਰਮੇਸ਼ਰ ਦੀ ਲੀਲਾ ਜਿਹੜੀ ਹੈ, ਉਹਦੇ ਅੱਗੇ ਬੱਚਾ ਵੀ ਉਂਝ ਦਾ ਹੀ ਹੈ ਤੇ ਬੁੱਢਾ ਵੀ ਉਹੋ ਜਿਹਾ ਹੀ ਹੈ ਜੀ। ਤੇ ਬਲੀ ਬਲਵਾਨ ਵੀ ਉਹੋ ਜਿਹਾ ਤੇ ਕਮਜ਼ੋਰ ਵੀ ਉਹੋ ਜਿਹਾ, ਜਵਾਨ ਵੀ ਉਹੋ ਜਿਹਾ। ਜਦੋਂ ਪਰਮੇਸ਼ਰ ਦਾ ਹੁਕਮ ਆਉਣਾ, ਸਰੀਰ ਤਿਆਗਣਾ ਹੀ ਪੈਣਾ ਜੀ। ਆਖੋ ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮ ਲੈ ਜਈ ਹੈ ਰੇ। ਭਗਤ ਕਬੀਰ ਸਾਹਿਬ ਜੀ, ਸਾਧ ਸੰਗਤ ਜੀ ਬੈਠੇ ਤੇ ਜੰਮ ਦੇ ਬੰਦੇ ਭਗਤ ਕਬੀਰ ਸਾਹਿਬ ਜੀ ਨੂੰ ਮਿਲਣ ਵਾਸਤੇ ਆ ਗਏ, ਦਰਸ਼ਨ ਕਰਨ ਵਾਸਤੇ ਵੀ ਰੱਬ ਦੇ ਭਗਤ ਹੈ ਤੇ ਚਲੋ ਭਗਤ ਜੀ ਦੇ ਦਰਸ਼ਨ ਕਰੀਏ। ਤੇ ਜਦੋਂ ਉਹ ਦਰਸ਼ਨ ਕਰਨ ਵਾਸਤੇ ਆਏ ਨਾ ਜੀ, ਤੇ ਭਗਤ ਕਬੀਰ ਜੀ ਨੇ ਪੁੱਛਿਆ ਤੁਸੀਂ ਕੌਣ ਹੋ? ਉਹਨਾਂ ਸਾਰੀ ਗੱਲ ਦੱਸੀ। ਕਹਿੰਦੇ ਜੀ ਅਸੀਂ ਜੰਮ ਦੇ ਬੰਦੇ ਆ, ਤੁਹਾਡੇ ਪਿੰਡ ਚੋਂ ਕਿਸੇ ਦੀ ਜਾਨ ਕੱਢਣੀ ਹੈ ਤਾਂ ਆਏ ਆ। ਭਗਤ ਕਬੀਰ ਸਾਹਿਬ ਕਹਿਣ ਲੱਗੇ ਕਿਹਦੀ ਜਾਨ ਕੱਢਣੀ ਹੈ?
ਤੇ ਜੰਮਦੇ ਬੰਦੇ ਕਹਿਣ ਲੱਗੇ ਜੀ ਸਾਨੂੰ ਹੁਕਮ ਨਹੀਂ ਹੈਗਾ ਦੱਸਣ ਦਾ ਵੀ ਕਿਹਦੀ ਜਾਨ ਕੱਢਣੀ ਹੈ, ਪਰ ਤੁਹਾਡੀ ਤੇ ਰੱਬ ਵੀ ਮੰਨਦਾ, ਤੁਸੀਂ ਭਗਤ ਹੈਗੇ ਹੋ, ਤੁਹਾਨੂੰ ਘਰ ਬਾਰੇ ਦੱਸ ਸਕਦੇ ਹੋ, ਉਹ ਫਲਾਣਾ ਘਰ 'ਚ ਉੱਥੇ ਪਹੁੰਚ ਜਾਓ। ਘਰ ਬਾਰੇ ਦੱਸ ਸਕਦੇ ਵੀ ਇਸ ਘਰ 'ਚੋਂ ਜੀ ਖੜਨਾ, ਜੀ ਬਾਰੇ ਨਹੀਂ ਦੱਸ ਸਕਦੇ। ਭਗਤ ਜੀ ਕਹਿੰਦੇ ਠੀਕ ਹੈ। ਤੇ ਨਾਲ ਹੀ ਜੰਮਦੇ ਬੰਦੇ ਕਹਿੰਦੇ ਵੀ ਭਗਤਾਂ ਦਾ ਮਨ ਹੁੰਦਾ ਬੜਾ ਕੋਮਲ, ਇਹ ਨਾ ਹੋਵੇ ਭਗਤ ਜੀ ਤੁਸੀਂ ਉਹਨੂੰ ਕਹੋ ਵੀ ਨਾ ਜਾਨ ਕੱਢੋ, ਤੁਸੀਂ ਚੁੱਪ ਕਰਕੇ ਵੇਖਣਾ ਹੀ ਹੈ ਬਸ। ਭਗਤ ਜੀ ਕਹਿੰਦੇ ਠੀਕ ਹੈ। ਉਸ ਘਰ ਵਿੱਚ ਭਗਤ ਕਬੀਰ ਜੀ ਪਹੁੰਚ ਗਏ ਜੀ, ਬਾਹਰ ਪਾਸੇ ਇੱਕ ਖਲੋ ਗਏ। ਹੁਣ ਉਸ ਘਰ 'ਚ ਦੋ ਹੀ ਜਣੇ ਨੇ ਜੀ, ਇੱਕ ਦਾਦੀ ਤੇ ਦੂਜਾ ਪੋਤਰਾ, ਬਾਕੀ ਸਭ ਕੰਮਾਂ ਕਾਰਾਂ ਤੇ ਗਏ ਜੀ। ਤੇ ਦਾਦੀ ਚਰਖਾ ਕੱਤਣ ਦੀ ਕੋਠੇ ਤੇ, ਠੰਡ ਦੇ ਦਿਨ ਨੇ, ਪੋਤਰੇ ਨੂੰ ਨਾਲ ਲਿਆ ਤੇ ਪੋਤਰਾ ਜੇ ਰਿੜਦਾ ਜੀ। ਤੇ ਦਾਦੀ ਨੇ ਨਾ ਲੀਰਾਂ ਦੀ ਗੇਂਦ ਬਣਾ ਕੇ ਪੋਤਰੇ ਨੂੰ ਦਿੱਤੀ, ਥੋੜੀ ਜਿਹੀ ਰੇੜ ਦਿੰਦੀ ਹੈ, ਪੋਤਰਾ ਮਗਰ ਜਾਂਦਾ, ਉਹ ਗੇਂਦ ਲਿਆ ਕੇ ਮੁੜ ਦਾਦੀ ਨੂੰ ਦਿੰਦਾ, ਉਹਨੇ 'ਚ ਇਹਨੂੰ ਪੂਣੀ ਕੱਤ ਲੈਂਦੀ ਜੀ। ਦਾਦੀ ਦਾ ਵੀ ਕੰਮ ਹੋਈ ਜਾਏ ਤੇ ਪੋਤਰੇ ਦਾ ਵੀ। ਤੇ ਭਗਤ ਕਬੀਰ ਜੀ ਸੋਚਣ ਵੀ ਦਾਦੀ ਦਾ ਨੰਬਰ ਲੱਗਣ ਲੱਗਾ ਵੀ ਬਜ਼ੁਰਗ ਹੈਗੀ ਹੈ, ਬਜ਼ੁਰਗ ਹੈ। ਉਹ ਗੇਂਦ ਰੇੜਦੀ ਹੈ, ਬੱਚਾ ਲੈ ਆਉਂਦਾ, ਗੇਂਦ ਰੇੜਦੀ ਹੈ, ਬੱਚਾ ਲੈ ਆਉਂਦਾ। ਔਰ ਕੋ ਕਿਤੇ ਗੇਂਦ ਰੇੜਨ ਲੱਗਿਆ ਜ਼ੋਰ ਜ਼ਿਆਦਾ ਲੱਗ ਗਿਆ ਜੀ, ਗੇਂਦ ਤੇਜ਼ ਰੜੀ ਜੀ। ਬੱਚੇ ਨੇ ਵੀ ਜ਼ੋਰ ਵਧਾਇਆ ਆਪਣਾ ਜੀ। ਜਦੋਂ ਬੱਚੇ ਨੇ ਜ਼ੋਰ ਵਧਾਇਆ ਤੇ ਗੇਂਦ ਜਿਹੜੀ ਸੀ ਉਹ ਬਨੇਰੇ ਤੋਂ ਹੇਠਾਂ ਜਾ ਪਈ। ਬਨੇਰਾ ਨਹੀਂ ਸੀ ਹੈਗਾ, ਕੋਠੇ ਤੋਂ ਹੇਠਾਂ ਜਾ ਪਈ। ਬੱਚਾ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਿਆ ਤਾਂ ਉਹ ਵੀ ਹੇਠਾਂ ਗਿਆ, ਚਲੇ ਗਿਆ ਜੀ। ਬੱਚੇ ਦੀ ਮੌਤ ਹੋ ਗਈ ਜੀ। ਭਗਤ ਕਬੀਰ ਜੀ ਨੇ ਜਦੋਂ ਇਹ ਦ੍ਰਿਸ਼ ਵੇਖਿਆ ਤਾਂ ਉਹਨਾਂ ਨੇ ਕਿਹਾ, ਬਾਰੇ ਬਾਲਕ ਬੂਢੇ ਤਰੁਨੇ ਜਵਾਨ, ਬਾਰੇ ਬੂਢੇ ਤਰੁਨੇ ਭਈਆ ਸਭ ਹੂੰ ਜੰਮ ਲੈ ਜਈ ਹੈ ਰੇ। ਸਾਰਿਆਂ ਨੂੰ ਹੀ ਲੈ ਜਾਂਦਾ ਜੀ ਅਗਲਾ। ਗੁਰੂ ਹਰਗੋਬਿੰਦ ਸਾਹਿਬ ਸਾਰੀਆਂ ਸੰਗਤਾਂ ਨੂੰ ਕਹਿ ਰਹੇ ਆ, ਮਹਾਰਾਜ ਕਹਿੰਦੇ ਭਾਈ ਉਹਦੇ ਅੱਗੇ ਕੋਈ ਬਾਲਕ ਨਹੀਂ, ਕੋਈ ਜਵਾਨ ਨਹੀਂ, ਕੋਈ ਬੁੱਢਾ ਨਹੀਂ, ਬਸ ਸਮੇਂ ਦੀ ਗੱਲ ਹੀ 'ਚ। ਹਾਂਜੀ, ਸੋ ਕਿਮ ਮਿਟੈ ਦੇਵਗਤ ਨਿਆਰੀ। ਜਿਹੜਾ ਪਰਮੇਸ਼ਰ ਦਾ ਹੁਕਮ ਹੈ ਉਹ ਨਿਆਰਾ ਹੈ, ਮਿਟ ਨਹੀਂ ਸਕਦਾ। ਹਾਂਜੀ, ਰਾਗ ਦਵੈਖ ਨਹਿ ਕੈਸੋ ਧਾਰੀ। ਇਸ ਕਰਕੇ ਭਾਈ ਉਹ ਪਰਮੇਸ਼ਰ ਦਾ ਹੁਕਮ ਨਾ ਤੇ ਕਰਦਾ ਕਿਸੇ ਨਾਲ ਪਿਆਰ ਤੇ ਨਾ ਕਰਦਾ ਈਰਖਾ ਜੀ। ਜੰਮਦਾ ਕਿਸੇ ਨਾਲ ਪਿਆਰ ਨਹੀਂ ਤੇ ਕਿਸੇ ਨਾਲ ਈਰਖਾ ਨਹੀਂ, ਉਹਨੇ ਹੁਕਮ ਹੀ ਵਜਾਉਣਾ ਜੀ ਬਸ ਜੀ। ਜਿਹਦਾ ਹੁਕਮ ਹੋ ਗਿਆ ਉਹਨੂੰ ਲੈ ਕੇ ਜਾਣਾ ਪੈਣਾ। ਪਰ ਬਾਬਾ ਅਟਲ ਰਾਏ ਜੀ ਦੀ ਖੇਡ ਵੱਖਰੀ ਹੈ, ਉਹ ਜਮਾ ਕੋਲ ਨਹੀਂ ਗਏ ਜੀ। ਹਾਂਜੀ, ਉਹ ਤੇ ਜਿੱਥੇ ਚਰਨ ਰੱਖਦੇ ਨੇ ਜੰਮ ਦੂਰੋਂ ਭੱਜ ਜਾਂਦੇ ਜੀ ਉੱਥੇ ਜੀ। ਰੱਬ ਦੇ ਹੁਕਮ ਦੇ ਅੱਗੇ ਕੋਈ ਜਵਾਨ ਨਹੀਂ, ਕੋਈ ਬੁੱਢਾ ਨਹੀਂ, ਉਹਦਾ ਕਿਸੇ ਨਾਲ ਪਿਆਰ ਨਹੀਂ, ਕਿਸੇ ਨਾਲ ਈਰਖਾ ਨਹੀਂ। ਹਾਂਜੀ, ਇਸਨੋ ਜਾਨ ਸ਼ੋਕ ਕਿਆ ਧਰੀਐ। ਇਸ ਕਰਕੇ ਇਹ ਗੱਲ ਸਮਝ ਲਓ, ਆਤਮਾ ਦਾ ਵੀ ਬੁੱਢੇ ਜਵਾਨ ਬਾਲਪਨ ਨਾਲ ਸਵਾਲ ਕੋਈ ਨਹੀਂ ਹੈਗਾ। ਫਿਰ ਆਤਮਾ ਦਾ ਕਿਸੇ ਨਾਲ ਰਾਗ ਨਹੀਂ, ਕਿਸੇ ਨਾਲ ਦਵੈਖ ਨਹੀਂ, ਈਰਖਾ ਨਹੀਂ, ਪ੍ਰੇਮ ਨਹੀਂ। ਇਸ ਕਰਕੇ ਇਹ ਗੱਲ ਜਾਣ ਕੇ ਮਹਾਰਾਜ ਕਹਿੰਦੇ ਐਵੇਂ ਦੁਖੀ ਨਾ ਹੋਵੋ ਸਾਰੇ। ਹਾਂਜੀ, ਬੁੱਧ ਅਰ ਬਲ ਕਰ ਜੇ ਨਾ ਪ੍ਰਹਰੀਐ। ਸੱਚੇ ਪਾਤਸ਼ਾਹ ਕਹਿੰਦੇ ਬੁੱਧੀ ਤੇ ਪਲ, ਵਾਹਿਗੁਰੂ ਬਲ ਦੇ ਨਾਲ ਇਹ ਰੱਬ ਦਾ ਹੁਕਮ ਦੂਰ ਨਹੀਂ ਕੀਤਾ ਜਾ ਸਕਦਾ। ਕੋਈ ਆਖੇ, ਮਹਾਰਾਜ ਕਹਿੰਦੇ ਵੀ ਮੈਂ ਆਪਣੀ ਸਿਆਣਪ ਨਾਲ ਰੱਬ ਦਾ ਹੁਕਮ ਬਦਲਦਿਆਂ ਨਹੀਂ ਬਦਲਿਆ ਜਾ ਸਕਦਾ। ਅਗਲੇ ਨੇ ਕਿਹਾ ਹੀ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਉੱਤੇ ਮਰਾਂ ਨਾ ਥੱਲੇ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਬੰਦੇ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ, ਨਾ ਅਸਤਰ ਨਾਲ ਮਰਾਂ ਨਾ ਸ਼ਸਤਰ ਨਾਲ ਮਰਾਂ, ਨਾ ਜਿਉਂਦਾ ਚੀਜ਼ ਨਾ ਮਰਾਂ ਨਾ ਮੁਰਦਾ ਚੀਜ਼ ਨਾ ਮਰਾਂ। ਰੱਬ ਨੇ ਉਹਨੂੰ ਵੀ ਮਾਰਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਕਮ ਉੱਥੇ ਵੀ ਵਰਤ ਗਿਆ ਜੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤਾਕਤ ਨਾਲ ਤੇ ਸਿਆਣਪ ਨਾਲ ਪਰਮੇਸ਼ਰ ਦੇ ਹੁਕਮ ਨੂੰ ਕੋਈ ਬੰਨ ਨਹੀਂ ਸਕਦਾ ਜੀ। ਹਾਂਜੀ,
ਦੁਖੀ ਨਾਨਕੀ ਅਧਿਕ ਸਬੰਤੇ। ਪਰ ਮਾਤਾ ਨਾਨਕੀ ਜੀ ਨੂੰ ਬਹੁਤ ਜ਼ਿਆਦਾ ਬੈਰਾਗ ਲੱਗਾ ਜੀ, ਕਿਉਂਕਿ ਮਾਤਾ ਨਾਨਕੀ ਜੀ ਦੇ ਪੁੱਤਰ ਨੇ ਬਾਬਾ ਅਟਲ ਰਾਏ ਸਾਹਿਬ ਜੀ। ਹਾਂਜੀ, ਪਿਆਰੋ ਪਰਮ ਪੁੱਤਰ ਗੁਣ ਭੰਤੇ। ਆਪਣੇ ਪਿਆਰੇ ਸਿਆਣੇ ਵੱਡੇ ਪੁੱਤ ਦਾ ਜਸ ਕਰਦੇ ਜੀ। ਛੋਟੇ ਪੁੱਤਰ ਨੇ ਮਾਤਾ ਨਾਨਕੀ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ। ਹਾਂਜੀ, ਪ੍ਰਤ ਭਾਰਤ ਨਿਤ ਹੀਰਤ ਰਹੈ। ਮਾਤਾ ਜੀ ਤੇ ਸਦਾ ਹੀ ਪਾਲ ਕੇ ਵਹਿੰਦੇ ਹੀ ਰਹਿੰਦੇ ਹੁੰਦੇ ਸੀਗੇ। ਬਾਬਾ ਅਟਲ ਰਾਏ ਜੀ ਦੇ ਦਰਸ਼ਨ ਹੀ ਕਰਦੇ ਰਹਿੰਦੇ ਹੁੰਦੇ ਸੀਗੇ। ਕਰਤ ਦੁਲਾਰ ਮੋਦ ਖੋਲ ਹੈ। ਪਿਆਰ ਕਰ ਕਰਕੇ ਖੁਸ਼ੀਆਂ ਦੇ ਨਾਲ ਭਰ ਜਾਂਦੇ ਹੁੰਦੇ ਸੀਗੇ ਜੀ ਮਾਤਾ ਜੀ, ਮਾਤਾ ਨਾਨਕੀ ਜੀ। ਹਾਂਜੀ, ਬਹੁ ਦੁਖ ਪਾਏ ਰੁਦਤ ਬਿਰਲਾਪੈ। ਪਰ ਹੁਣ ਮਾਤਾ ਜੀ ਵੀ ਦੁੱਖ ਪਾ ਕੇ ਬੈਰਾਗ ਕਰਨ ਦੇ ਆ ਜੀ। ਹਾਂਜੀ, ਉਹ ਅੰਦਰ ਗਿਆਨ ਧਿਆਨ ਜਿੰਨਾ ਮਰਜ਼ੀ ਸੁਣਾਈ ਜਾਓ, ਜਦ ਸਾਧ ਸੰਗਤ ਜੀ ਦਾ ਪੁੱਤ ਜਾਂਦਾ ਉਹਨੂੰ ਪਤਾ ਹੁੰਦਾ ਜੀ। ਔਰ ਬਾਬਾ ਅਟਲ ਰਾਏ ਜੀ ਜੈਸਾ ਪੁੱਤਰ ਜੀ। ਹਾਂਜੀ, ਸਭ ਤ੍ਰੈ ਮੈਂ ਗੁਣ ਸਿਮਰ ਕਲਾਪੈ। ਸਾਰੀਆਂ ਇਸਤਰੀਆਂ ਨੂੰ ਮਾਤਾ ਜੀ ਗੁਣ ਦੱਸਦੇ ਬਾਬਾ ਅਟਲ ਰਾਏ ਜੀ ਦੇ। ਇਸ ਤਰ੍ਹਾਂ ਦੇ ਸੀਗੇ ਬਾਬਾ ਅਟਲ ਰਾਏ ਜੀ। ਹਾਂਜੀ, ਸਭ ਦਮੋਦਰੀ ਆਦਿਕ ਜੇਈ। ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਹੋਰ ਵੀ ਜਿੰਨੀਆਂ ਇਸਤਰੀਆਂ ਨੇ। ਹਾਂਜੀ, ਕਹਿ ਕਹਿ ਧੀਰ ਦੇਤ ਬਹੁ ਤੇਈ। ਉਹ ਮਾਤਾ ਨਾਨਕੀ ਜੀ ਨੂੰ ਧੀਰਜ ਦਿੰਦੇ ਸਾਰੇ ਜੀ, ਧੀਰਜ ਦਿੰਦੇ। ਅਸਲ 'ਚ ਜਿਹਦੇ ਬਾਰੇ ਸੋਚਿਆ ਹੀ ਨਾ ਹੋਵੇ, ਜਦੋਂ ਉਹ ਗੱਲ ਵਰਤ ਜਾਂਦੀ ਫਿਰ ਆਤਮਾ ਤੇ ਡੂੰਘਾ ਅਸਰ ਪੈ ਜਾਂਦਾ ਜੀ। ਜਿਹਦੇ ਬਾਰੇ ਸੋਚਿਆ ਹੀ ਨਾ ਹੋਵੇ ਜੀ। ਹਾਂਜੀ, ਤਉ ਸਨੇ ਮਹਾ ਦੁਖਵੰਤੀ। ਫਿਰ ਵੀ ਮਾਤਾ ਨਾਨਕੀ ਜੀ ਨੂੰ ਬੜਾ ਦੁੱਖ ਹੈ ਜੀ। ਹਾਂਜੀ, ਸੁਤ ਕੋ ਸਿਮਰਤ ਸ਼ੋਕ ਵਧੰਤੀ। ਬਾਰ-ਬਾਰ ਬਾਬਾ ਅਟਲ ਰਾਏ ਜੀ ਨੂੰ ਯਾਦ ਕਰ ਕਰਕੇ ਨਾ ਜੀ, ਬਾਰ-ਬਾਰ ਯਾਦ ਕਰ ਕਰਕੇ ਤੇ ਮਹਿਸੂਸ ਹੁੰਦਾ ਜੀ ਉਹਨਾਂ ਦੇ ਮਨ ਨੂੰ। ਹਾਂਜੀ, ਨਿਸਮੈ ਸਤਿਗੁਰ ਸੁਨ ਸੁਧ ਸਾਰੀ। ਹਾਂਜੀ, ਹਿਤ ਧੀਰਜ ਕੇ ਗਿਰਾ ਉਚਾਰੀ। ਆਖੋ ਵਾਹਿਗੁਰੂ। ਵਾਹਿਗੁਰੂ। ਰਾਤ ਪੈ ਗਈ ਤੇ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਜੀ ਵੀ ਨਾਨਕੀ ਜੀ ਦਾ ਤੇ ਬੈਰਾਗ ਠੱਲ ਹੀ ਨਹੀਂ ਰਿਹਾ ਬਾਬਾ ਅਟਲ ਰਾਏ ਜੀ ਦੇ ਸਰੀਰ ਤਿਆਗਣ ਕਰਕੇ। ਤੇ ਫਿਰ ਸਤਿਗੁਰੂ ਜੀ ਨੇ ਸਮਝਾਉਣ ਵਾਸਤੇ ਨਾ ਮਾਤਾ ਨਾਨਕੀ ਜੀ ਨੂੰ ਬਚਨ ਕੀਤੇ ਜੀ। ਹਾਂਜੀ, ਹੇ ਸੁਮਤੇ ਨੈ ਸੰਕਟ ਪਾਵੋ। ਮਹਾਰਾਜ ਕਹਿਣ ਲੱਗੇ ਨਾਨਕੀ ਜੀ ਤੁਸੀਂ ਸਿਆਣੇ ਤੇ ਸੁਮਤੇ ਚੰਗੀ ਮੱਤ ਵਾਲੇ ਹੋ, ਐਵੇਂ ਦੁੱਖ ਨਾ ਪਾਓ, ਦੁਖੀ ਨਾ ਹੋਵੋ। ਹਾਂਜੀ, ਹੁਤੀ ਇਸੀ ਬਿਦ ਨੈ ਪਛਤਾਵੋ। ਇਸੇ ਤਰ੍ਹਾਂ ਹੀ ਹੋਣਾ ਸੀ, ਪਛਤਾਉਣ ਦੀ ਕੀ ਲੋੜ ਹੈਗੀ ਹੈ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਸੱਚੇ ਪਾਤਸ਼ਾਹ ਕਹਿੰਦੇ ਹੋਣਾ ਹੀ ਇਸੇ ਤਰ੍ਹਾਂ ਸੀ। ਹਾਂਜੀ, ਜਥਾ ਪ੍ਰਤਾਪ ਜੀਤ ਕੋ ਹੋਤ। ਮਹਾਰਾਜ ਕਹਿਣ ਲੱਗੇ ਤੁਹਾਨੂੰ ਬਚਨ ਕਰਤੇ ਨਾ ਅਸੀਂ, ਉੱਥੇ ਵੀ ਕੀਤੇ ਜਦੋਂ ਸਰੀਰ ਨੂੰ ਅਗਨ ਭੇਟ ਕੀਤਾ। ਜਿੰਨਾ ਬਾਬਾ ਜੀ ਦਾ ਜਿਉਂਦਿਆਂ ਦਾ ਪ੍ਰਤਾਪ ਹੋਣਾ ਨਾ, ਜਿਉਂਦਿਆਂ ਦਾ। ਹਾਂਜੀ, ਤਿਸਤੇ ਅਬੈ ਵਿਸਾਲ ਉਦੋਤ। ਸਰੀਰ ਤਿਆਗਣ ਤੋਂ ਬਾਅਦ ਉਹਦੇ ਤੋਂ ਵੀ ਵੱਡਾ ਪ੍ਰਤਾਪ ਹੋ ਜਾਏਗਾ। ਗੱਜ ਕੇ ਆਖੋ ਗੁਰੂ ਜੀ ਦੇ ਸਾਰੇ ਪੁੱਤਰਾਂ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕੋ। ਆਖੋ ਵਾਹਿਗੁਰੂ। ਪਰ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਹਾਂਜੀ, ਉਹਨਾਂ ਦਾ ਇੰਨਾ ਪ੍ਰਤਾਪ ਹੈਗਾ ਜੀ। ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ, ਮੈਨੂੰ ਮਾਫੀ ਦੇ ਦਿਓ, ਕਿਤੇ ਭੁੱਲ ਕੇ ਇਹ ਗੱਲ ਨਾ ਆਵੇ। ਪਰ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ ਵੀ ਸਰੀਰ ਤਿਆਗਣ ਤੋਂ ਬਾਅਦ ਜ਼ਿਆਦਾ ਪ੍ਰਤਾਪ ਵੱਧ ਜਾਏਗਾ, ਤੇ ਬਾਬਾ ਅਟਲ ਰਾਏ ਜੀ ਦਾ ਜ਼ਿਆਦਾ ਪ੍ਰਤਾਪ ਹੈਗਾ ਜੀ। ਹਾਂਜੀ, ਅਟਲ ਰਾਏ ਹੈ ਅਟਲ ਸਦਾਈ। ਵਾਹ ਜੀ ਵਾਹ। ਮਹਾਰਾਜ ਕਹਿਣ ਲੱਗੇ ਨਾਨਕੀ ਜੀ ਅਟਲ ਰਾਏ ਜੀ ਨੂੰ ਕੋਈ ਨਹੀਂ ਟਾਲ ਸਕਦਾ, ਉਹਨਾਂ ਦੇ ਪ੍ਰਤਾਪ ਵਧਣ ਨੂੰ ਕੋਈ ਵੀ ਨਹੀਂ ਟਾਲ ਸਕਦਾ। ਅਟਲ ਰਾਏ ਜੀ ਦਾ ਪ੍ਰਤਾਪ ਅਟਲ ਹੀ ਰਹੇਗਾ, ਕਹਿਣ ਲੱਗੇ। ਹਾਂਜੀ, ਦਿਨ ਪ੍ਰਤ ਵਧੈ ਅਧਿਕ ਵਡਿਆਈ। ਹਾਂ, ਦਿਨੋਂ ਦਿਨ ਵਧੇਗਾ ਜ਼ਰੂਰ ਪ੍ਰਤਾਪ। ਬਾਬਾ ਜੀ ਦੀ ਵਡਿਆਈ ਵਧੇਗੀ। ਗੱਜ ਕੇ ਕਹੋ ਧੰਨ ਧੰਨ ਬਾਬਾ ਅਟਲ ਰਾਏ ਜੀ। ਧੰਨ ਧੰਨ ਬਾਬਾ ਅਟਲ ਰਾਏ ਜੀ। ਹਾਂਜੀ,
ਇਤਿਆਦਿਕ ਕਹਿ ਬਹੁ ਸਮਝਾਈ। ਇਸ ਤਰੀਕੇ ਨਾਲ ਬੜੇ ਬਚਨ ਕੀਤੇ, ਬਾਰ-ਬਾਰ ਇਹ ਗੱਲ ਸਮਝਾਈ ਜੀ। ਹਾਂਜੀ, ਸਨ ਬੰਧਨ ਕੈ ਸੁਧ ਪਹੁੰਚਾਈ। ਸਾਰੇ ਸੰਬੰਧੀਆਂ ਨੂੰ ਖਬਰ ਪਹੁੰਚ ਗਈ ਵੀ ਬਾਬਾ ਅਟਲ ਰਾਏ ਜੀ ਸਰੀਰ ਤਿਆਗ ਗਏ ਹਨ। ਹਾਂਜੀ, ਸਹਿਤ ਭਾਰ ਜਾ ਤੇਹਣ ਆਏ। ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਰਿਵਾਰ ਵਾਲੇ, ਉਸ ਪਰਿਵਾਰ ਦੀਆਂ ਇਸਤਰੀਆਂ ਸਾਰੇ ਖਡੂਰ ਸਾਹਿਬੋਂ ਚੱਲ ਕੇ ਅੰਮ੍ਰਿਤਸਰ ਆਏ। ਗੋਇੰਦਵਾਲ ਜਿਤੇ ਸਮੁਦਾਏ। ਗੋਇੰਦਵਾਲ ਸਾਹਿਬ ਵਿੱਚ ਜਿੰਨੇ ਗੁਰੂ ਜੀ ਦੇ ਸਿੱਖ, ਸਤਿਗੁਰੂ ਜੀ ਦਾ ਪਰਿਵਾਰ, ਉਹ ਵੀ ਸਾਰੇ ਆਏ ਜੀ। ਥੋੜਾ ਚਿਰ ਪਹਿਲਾਂ ਤੇ ਬਾਬਾ ਅਟਲ ਰਾਏ ਜੀ ਗੋਇੰਦਵਾਲ ਸਾਹਿਬ ਰਹਿ ਕੇ ਆਏ ਜੀ। ਹਾਂਜੀ, ਆਏ ਨਾਰਾਇਣ ਦਾਸ ਸਤਾਰਾ। ਸ਼੍ਰੀ ਨਾਰਾਇਣ ਦਾਸ ਜੀ, ਜਿਹੜੇ ਕਿ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਹਨ ਜੀ, ਉਹ ਵੀ ਆਏ। ਤ੍ਰਿਆ ਸਹਿਤ ਮਿਲ ਆਇਓ ਦੁਆਰਾ। ਤੇ ਸਾਧ ਸੰਗਤ ਜੀ, ਭਾਈ ਦੁਆਰਾ ਜੀ, ਉਹ ਵੀ ਆਪਣੀ ਇਸਤਰੀ ਸਮੇਤ ਆਏ। ਸਤਿਗੁਰੂ ਜੀ ਦੇ ਪਿਤਾ ਸਹੁਰਾ ਜੀ, ਸੱਸ ਮਾਤਾ ਜੀ, ਸਾਰੇ ਆ ਰਹੇ ਨੇ ਜੀ। ਹਾਂਜੀ, ਲੈ ਰਾਮੋ ਸੰਗ ਸਾਈਂ ਦਾਸ। ਤੇ ਬੇਬੇ ਰਾਮੋ ਜੀ ਨੂੰ ਨਾਲ ਲੈ ਕੇ ਭਾਈ ਸਾਈਂ ਦਾਸ ਜੀ, ਸਤਿਗੁਰੂ ਜੀ ਦੇ ਸਾਂਢੂ ਜੀ, ਉਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਰਾਮਾ ਆਏ ਭਾਰ ਜਾ ਪਾਸ। ਭਾਈ ਰਾਮਾ ਜੀ ਆਪਣੀ ਇਸਤਰੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਜੀ। ਹਾਂਜੀ, ਜਿਤ ਕਿਤ ਤੇ ਸੁਣ ਸਭ ਚੱਲ ਆਏ। ਜਿੱਥੋਂ ਕਿੱਥੋਂ ਨਹੀਂ ਪਤਾ ਲੱਗਾ, ਸਾਰੇ ਹੀ ਮਹਾਰਾਜ ਦੇ ਚਰਨਾਂ 'ਚ ਆਏ। ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਸਰੀਰ ਤਿਆਗ ਗਏ ਹਨ। ਸੁਣ ਕੇ ਸਾਰੇ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਰਹੇ ਹਨ। ਸ਼੍ਰੀ ਗੁਰ ਦਿੱਤਾ ਜਬ ਸੁਧ ਪਾਏ। ਬਾਬਾ ਗੁਰਦਿੱਤਾ ਜੀ ਨੂੰ ਵੀ ਖਬਰ ਮਿਲੀ ਜੀ। ਬਾਬਾ ਜੀ ਨੂੰ ਮਹਾਰਾਜ ਨੇ ਕਰਤਾਰਪੁਰ ਸਾਹਿਬ ਭੇਜਿਆ ਜੀ। ਤੇ ਬਾਬਾ ਗੁਰਦਿੱਤਾ ਜੀ ਤੇ ਵੱਡੇ ਭਰਾ ਨੇ ਜੀ ਬਾਬਾ ਅਟਲ ਰਾਏ ਜੀ ਦੇ ਜੀ। ਹਾਂਜੀ, ਸ਼ੋਕ ਕਰਤ ਚਾਲੀ ਸਹਸਾਏ। ਸਾਰੇ ਮਨ 'ਚ ਵੈਰਾਗ ਧਾਰਨ ਕਰਕੇ ਛੇਤੀ ਨਾਲ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਜੀ। ਹਾਂਜੀ, ਅੰਮ੍ਰਿਤ ਸਰ ਕੇ ਪੰਥ ਸਿਧਾਏ। ਸਾਰੇ ਵੈਰਾਗ ਧਾਰਨ ਕਰਕੇ ਬਾਬਾ ਗੁਰਦਿੱਤਾ ਜੀ ਵੈਰਾਗ ਧਾਰਨ ਕਰਕੇ ਅੰਮ੍ਰਿਤਸਰ ਦੇ ਰਸਤੇ ਪੈ ਗਏ। ਨਤੀ ਲਏ ਧੀਰ ਮਲ ਗੋਦ। ਤੇ ਨਾਲ ਹੀ 29 ਲਏ ਧੀਰਮਲ ਗੋਦ। ਧੀਰਮਲ ਨੂੰ ਆਪਣੀ ਗੋਦ 'ਚ ਨਾਲ ਲਿਆ। ਹਾਂਜੀ, ਆਏ ਸੁਦਾਸਰ ਹੀਨ ਪ੍ਰਮੋਦ। ਪਰ ਉਦਾਸ ਹੋ ਕੇ ਸਾਧ ਸੰਗਤ ਅੰਮ੍ਰਿਤਸਰ ਆਏ ਜੀ ਸਾਰੇ। ਹਾਂਜੀ, ਗੁਰ ਘਰ ਮੈਂ ਪਾਰੁਦਨ ਵਿਸਾਲਾ। ਤੇ ਸਾਧ ਸੰਗਤ ਜੀ ਉੱਥੇ ਫਿਰ ਵੈਰਾਗ ਤੇ ਚੱਲ ਹੀ ਰਿਹਾ ਸੀਗਾ। ਸਾਰਿਆਂ ਦੇ ਮਨਾਂ ਦੇ ਵਿੱਚ ਵੈਰਾਗ ਸੀਗਾ ਜੀ। ਵੈਰਾਗ ਇੱਕਦਮ ਹੀ, ਮਤਲਬ ਹੀਰਿਆਂ ਤੋਂ ਵੀ ਅਮੋਲਕ ਵਸਤੂ ਗਵਾਚ ਗਈ ਜੀ, ਜਿਨ੍ਹਾਂ ਦੀ ਤਸ਼ਬੀਹ ਨਹੀਂ ਕਿਸੇ ਨਾਲ ਦਿੱਤੀ ਜਾ ਸਕਦੀ। ਪਿਆਰ ਨਾਲ ਕਹੋ, ਧੰਨ ਧੰਨ ਬਾਬਾ ਅਟਲ ਰਾਏ ਸਾਹਿਬ, ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ। ਹਾਂਜੀ, ਮ੍ਰਿਤ ਕਾਰਨ ਕੋ ਸੁਨ ਨਰ ਨਾਰੀ। ਪਰ ਜਦੋਂ ਸਰੀਰ ਤਿਆਗਣ ਦਾ ਕਾਰਨ ਸੁਣ ਲੈਂਦੇ ਨਾ ਜੀ ਸਾਰੇ, ਹਾਂਜੀ, ਅਜ਼ਮਤਵੰਤ ਜਾਣ ਕਰ ਭਾਰੀ। ਤੇ ਸਾਰੇ ਹੈਰਾਨ ਹੁੰਦੇ, ਬਾਬਾ ਅਟਲ ਰਾਏ ਜੀ ਮੁਰਦੇ ਜਿਉਂਦੇ ਕਰ ਸਕਦੇ ਐ, ਤੇ ਸਮਾਂ ਪੈਣ ਤੇ ਆਪਣਾ ਵੀ ਸਰੀਰ ਤਿਆਗ ਸਕਦੇ ਐ। ਬਾਬਾ ਜੀ ਨੂੰ ਸ਼ਕਤੀ ਵਾਲਾ ਸਮਝਦੇ ਐ ਸਾਰੇ। ਹਾਂਜੀ, ਮਹਾਬਲੀ ਹੋਵਤ ਜਗ ਮਾਹੀ। ਵੀ ਇਹ ਤਾਂ ਮਹਾਬਲੀ ਐਸੇ ਲੋਕ ਹੁੰਦੇ ਆ। ਹਾਂਜੀ, ਕਹੀਏ ਕਹਾਂ ਜਿਉ ਸੋ ਨਾਹੀ। ਮਤਲਬ ਇਹਨਾਂ ਵਰਗਾ ਹੈ ਹੀ ਹੋਰ ਕੋਈ ਨਹੀਂ ਹੁੰਦਾ ਦੁਨੀਆ 'ਚ, ਥੋੜੇ ਹੁੰਦੇ ਆ। ਗੱਜ ਕੇ ਆਖੋ ਹਾਂਜੀ। ਅਧਿਕ ਸ਼ੋਕ ਕਰ ਮੈਂ ਜਬ ਭਇਓ। ਹੁਣ ਘਰ ਵਿੱਚ ਬਹੁਤ ਉਦਾਸੀ ਦਾ ਮਾਹੌਲ ਬਣ ਗਿਆ ਜੀ। ਕਿੱਥੇ ਬਾਬਾ ਜੀ ਨੇ ਹੱਸਦਿਆਂ ਖੇਡਦਿਆਂ ਬਾਲਕਾਂ ਦੇ ਨਾਲ ਆਉਣਾ, ਪਰ ਹੁਣ ਕੁਝ ਵੀ ਨਹੀਂ ਜੀ। ਬਾਬਾ ਸੂਰਜਮਲ ਜੀ, ਅਣੀ ਰਾਏ ਜੀ, ਸਾਰਿਆਂ ਉੱਤੇ ਇਸ ਗੱਲ ਦਾ ਅਸਰ ਪਿਆ। ਇੱਥੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਵੈਰਾਗ ਹੋਰ ਵੱਧ ਗਿਆ ਜੀ, ਜਦੋਂ ਆਪਣੇ ਵੱਡੇ ਭਰਾ ਨੂੰ ਇਸ ਤਰ੍ਹਾਂ ਸਰੀਰ ਤਿਆਗਦਿਆਂ ਵੇਖਿਆ ਜੀ। ਘਰ ਵਿੱਚ ਵੱਖਰਾ ਹੀ ਮਾਹੌਲ ਬਣ ਗਿਆ ਜੀ ਸਾਰੇ ਕਿਤੇ। ਹਾਂਜੀ, ਤਬ ਗੁਰਦਾਸ ਗੁਰੂ ਪਠ ਦਇਓ। ਹਾਂਜੀ, ਜਾਏ ਸਭਨ ਕੋ ਧੀਰਜ ਦੀਨਾ। ਮਹਾਰਾਜ ਨੇ ਫਿਰ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ। ਭਾਈ ਗੁਰਦਾਸ ਜੀ, ਤੁਸੀਂ ਸਿਆਣੇ ਹੋ, ਜਾਓ ਪਰਿਵਾਰ ਨੂੰ ਧੀਰਜ ਦਿਓ ਜਾ ਕੇ। ਹਾਂਜੀ, ਨਹਿ ਰੁਦ ਨਹੁ ਕਰ ਬਦਨ ਮਲੀਨਾ। ਸਭ ਨੂੰ ਆਖੋ ਇੰਜ ਨਾ ਮੁੱਖ ਮਲੈਲੇ ਕਰੋ, ਇਸ ਤਰ੍ਹਾਂ ਨਾ ਰੋਵੋ ਧੋਵੋ ਭਾਈ। ਹਾਂਜੀ,
ਜਗ ਖੇਤੀ ਇਹ ਪ੍ਰਭੂ ਕਰੀ ਹੈ। ਇਹ ਜਗਤ ਰੱਬ ਦੀ ਖੇਤੀ ਹੈਗਾ ਜੀ। ਆਖੋ, ਸਾਰਾ ਸੰਸਾਰ ਰੱਬ ਦੀ ਖੇਤੀ ਹੈਗਾ। ਇਸ ਖੇਤੀ ਦੇ ਵਿੱਚ ਅਸੀਂ ਵੀ ਹਿੱਸੇਦਾਰ ਹੈਗੇ ਜੀ। ਹਾਂਜੀ। ਕਾਚੀ ਗਦਰੀ ਪਾਕ ਖਰੀ ਹੈ। ਕਿਤੇ ਕੱਚੀ ਖਲੋਤੀ, ਕਿਤੇ ਡੱਡਰੀ ਖਲੋਤੀ ਹੈ ਤੇ ਕਿਤੇ ਪੱਕੀ ਖਲੋਤੀ ਹੈ। ਹਾਂਜੀ। ਜਿਸ ਕੋ ਚਾਹੇ ਬਾੜ ਕਰ ਲੇ। ਤੇ ਇਹ ਰੱਬ ਦੀ ਮਰਜ਼ੀ ਹੈ ਵੀ ਉਹ ਕਿਹੜੇ ਬੂਟੇ ਨੂੰ ਵੱਢਣਾ ਚਾਹੁੰਦਾ ਹੈ ਜੀ। ਹਾਂਜੀ। ਇਸ ਕੋ ਸ਼ੋਕ ਕਰੈ ਕਿਸ ਹੇਤ। ਤੇ ਪਰਮੇਸ਼ਰ ਦੀ ਮਰਜ਼ੀ ਅੱਗੇ ਕਾਹਦਾ ਸ਼ੋਕ ਕਰਨਾ। ਹਾਂਜੀ। ਸਗਰੇ ਆਪੋ ਆਪਣੀ ਵਾਰੀ। ਸਾਰੇ ਆਪੋ ਆਪਣੀ ਵਾਰੀ ਦੇ ਅਨੁਸਾਰ ਸੰਸਾਰ ਚੋਂ ਤੁਰੀ ਜਾਂਦੇ। ਮੈਂ ਕਈ ਵਾਰੀ ਹਿਸਾਬ ਲਾਉਂਦਾ ਹੁੰਦਾ ਬੈਠਾ ਜੀ। ਬਸ ਜਦੋਂ ਵਾਰੀ ਆਉਂਦੀ ਜੀ, ਹੌਲੀ ਹੌਲੀ ਸਭ ਤੁਰੇ ਜਾਂਦੇ ਜੀ। ਹਾਂਜੀ। ਜਾਤ ਚਲੇ ਕੋ ਧਰ ਨਾ ਧਾਰੀ। ਜਾਤ ਚਲੇ ਕੋ ਧੀਰ ਨਾ ਧਾਰੀ। ਹਾਂਜੀ। ਇਸ ਕਰਕੇ ਸਭ ਚਲੇ ਜਾਂਦੇ ਨੇ, ਕੋਈ ਅਟਕਦਾ ਨਹੀਂ। ਇੱਥੇ ਕੋਈ ਨਹੀਂ ਅਟਕਦਾ ਜੀ। ਵਾਰੀ ਆਉਣੀ ਚਾਹੀਦੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ। ਹਾਂਜੀ। ਗੁਰ ਕੇ ਘਰ ਮੈਂ ਸ਼ੋਕ ਵਿਸਾਲਾ। ਤੇ ਗੁਰੂ ਘਰ ਵਿੱਚ ਇਸ ਤਰ੍ਹਾਂ ਦਾ ਸ਼ੌਕ। ਹਾਂਜੀ। ਚਹਿਤ ਨਹੀਂ ਰਹੇ ਚਿਰ ਕਾਲਾ। ਇਹ ਨਹੀਂ, ਇੰਨਾ ਦੇਰ ਨਹੀਂ ਰਹਿਣਾ ਚਾਹੀਦਾ ਸ਼ੌਕ। ਇਸ ਤਰ੍ਹਾਂ ਦਾ ਸ਼ੌਕ, ਇੰਨੇ ਲੰਮੇ ਸਮੇਂ ਲਈ ਸ਼ੌਕ। ਹਾਂਜੀ। ਕਹਾਂ ਭਇਓ ਤਨ ਤਿਆਗ ਸਿਧਾਰੇ। ਕੀ ਹੋਇਆ ਜੇ ਬਾਬਾ ਜੀ ਨੇ ਸਰੀਰ ਤਿਆਗ ਦਿੱਤਾ? ਫਿਰ ਕੀ ਹੋਇਆ? ਮਹਾਰਾਜ ਕਹਿਣ ਲੱਗੇ। ਹਾਂਜੀ। ਗੁਰ ਬਚਤੇ ਨਿਤ ਜੀਵੋ ਧਾਰੇ। ਗੁਰੂ ਜੀ ਦੇ ਬਚਨਾਂ ਨਾਲ ਨਿਤ ਪ੍ਰਾਣੀ ਜੀਵਨ ਧਾਰਦੇ ਹਨ। ਗੱਜ ਕੇ ਆਖੋ, ਗੁਰ ਬਚਤੇ ਨਿਤ ਜੀਵੋ ਧਾਰੇ। ਗੁਰੂ ਸਾਹਿਬ ਦੇ ਬਚਨਾਂ ਨਾਲ, ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਬਾਬਾ ਅਟੱਲ ਰਾਏ ਜੀ ਸਦਾ ਜਿਉਂਦੇ ਹੀ ਨੇ ਜੀ। ਬੜੇ ਬੜੇ ਬੰਦੇ ਮਰ ਗਏ, ਨਾਮੋ ਨਿਸ਼ਾਨ ਨਹੀਂ ਹੈਗਾ। ਬਾਬਾ ਜੀ ਅੱਜ ਵੀ ਵੇਖੋ ਉੱਥੇ ਸਭ ਤੋਂ ਉੱਚੇ ਬਹਿ ਕੇ ਬੈਠੇ ਜੀ, ਹੋ ਕੇ ਬੈਠੇ ਜੀ। ਹਰਿਮੰਦਰ ਸਾਹਿਬ ਪਰਿਕਰਮਾ 'ਚ ਚਲੇ ਜਾਓ, ਤੁਹਾਨੂੰ ਬਾਬਾ ਜੀ ਦੇ ਦਰਸ਼ਨ ਹੋ ਜਾਣਗੇ ਜੀ, ਬਾਬਾ ਅਟੱਲ ਰਾਏ ਜੀ ਦੇ ਜੀ। ਹਾਂਜੀ। ਤੁਸੀਂ ਮੈਨੂੰ ਮੂਰਖ ਸਮਝੋ ਜਾਂ ਜੋ ਮਰਜ਼ੀ ਸਮਝੋ, ਜਦੋਂ ਮੈਂ ਉਹ ਸਰੀਰ, ਉਹ ਬਿਲਡਿੰਗ ਵੇਖਦਾ, ਮੈਨੂੰ ਤੇ ਇਉਂ ਹੀ ਲੱਗਦਾ ਜਿਵੇਂ ਬਾਬਾ ਅਟੱਲ ਰਾਏ ਜੀ ਖਲੋਤੇ ਹੀ ਹੋਏ ਨੇ ਜੀ, ਖਲੋਤੇ ਹੋਏ ਨੇ ਜੀ। ਹਾਂਜੀ। ਨਾਮ ਪ੍ਰਤਾਪ ਸੁਜਸ ਸਦ ਕਾਲਾ। ਮਹਾਰਾਜ ਕਹਿੰਦੇ ਉਹਨਾਂ ਦੇ ਨਾਮ ਦਾ ਪ੍ਰਤਾਪ ਸਦਾ ਹੀ ਰਹਿਣਾ ਜੀ, ਸਦਾ ਹੀ ਰਹਿਣਾ। ਬਾਬਾ ਅਟੱਲ ਰਾਏ ਜੀ ਦੇ ਨਾਮ ਦਾ ਪ੍ਰਤਾਪ। ਰਹਿਓ ਅਟਲ ਜਗ ਬਿਦਤ ਵਿਸਾਲਾ। ਅਸੀਂ ਤੇ ਨਾਮ ਹੀ ਅਟੱਲ ਰੱਖਿਆ ਜੀ, ਟਲ ਹੀ ਨਹੀਂ ਸਕਦਾ। ਸੰਸਾਰ 'ਚ ਪ੍ਰਗਟ ਹੋਏਗਾ ਹੀ ਹੋਏਗਾ। ਗੱਜ ਕੇ ਸਾਰੀ ਸੰਗਤ ਕਹਿ ਦਿਓ, ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ। ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ। ਹਾਂਜੀ। ਮ੍ਰਿਦਲ ਬਾਕ ਕਹਿ ਕਹਿ ਗੁਰਦਾਸ। ਇਸ ਤਰੀਕੇ ਨਾਲ ਇਹ ਸਾਰੇ ਬਚਨ ਭਾਈ ਗੁਰਦਾਸ ਜੀ ਨੇ ਕਹੇ ਜੀ। ਬੜੇ ਮਿੱਠੇ ਤਰੀਕੇ ਨਾਲ ਇਹ ਬਚਨ ਕਹੇ, ਸ਼ੋਕ ਨਾ ਕਰੋ। ਵਾਰੀ ਹੈ, ਵਾਰੀ ਅਨੁਸਾਰ ਬਾਬਾ ਜੀ ਚਲੇ ਗਏ। ਹਾਂਜੀ। ਧੀਰ ਧਰਾਈ ਸ਼ੋਕ ਵਿਨਾਸ਼। ਤੇ ਮਿੱਠੇ ਬਚਨ ਬੋਲ ਬੋਲ ਕੇ ਫਿਰ ਸਭ ਨੇ ਧੀਰਜ ਧਾਰਨ ਕੀਤਾ ਜੀ। ਹਾਂਜੀ। ਦਿਵਸ 13ਵੀਂ ਕੋ ਤਬ ਆਇਓ। ਹਾਂਜੀ। ਪੰਚਾਮ੍ਰਿਤ ਬਹੁਤ ਕਰਵਾਇਓ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਰਖਵਾ ਲਿਆ। ਜਦੋਂ 13 ਦਿਨ ਹੋ ਗਏ ਨਾ ਜੀ, ਫਿਰ ਖੁੱਲਾ ਕੜਾਹ ਪ੍ਰਸ਼ਾਦ ਬਣਾਇਆ ਜੀ। ਹਾਂਜੀ। ਭੋਗ ਗ੍ਰੰਥ ਸਾਹਿਬ ਕੋ ਪਾਏ। ਤੇ ਬਾਬਾ ਅਟੱਲ ਰਾਏ ਸਾਹਿਬ ਜੀ ਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਪਵਾਏ ਗਏ ਜੀ। ਹਾਂਜੀ। ਬਹੁਰ ਰਬਾਬੀ ਚੌਂਕੀ ਗਾਏ। ਫਿਰ ਰਬਾਬੀ ਸਿੱਖਾਂ ਨੇ ਸਾਧ ਸੰਗਤ ਦੀ ਸ਼ਬਦ ਪੜ੍ਹੇ। ਪ੍ਰਭ ਕਾ ਕੀਆ, ਪ੍ਰਭ ਕਾ ਕੀਆ। ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ। ਜਨ ਮੀਠ ਲਗਾਨਾ,
ਪ੍ਰਭ ਕਾ ਕੀਆ ਜਨ ਮੀਠ। ਜਪੋ ਗੱਜ ਕੇ। ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਜਨ ਮੀਠ ਲਗਾਨਾ। ਪ੍ਰਭ ਕਾ ਕੀਆ, ਪ੍ਰਭ। ਗੁਰੂ ਕੇ ਕੀਰਤਨੀਆਂ ਨੇ, ਰਬਾਬੀਆਂ ਨੇ ਫਿਰ ਕੀਰਤਨ ਕੀਤਾ, ਸਭ ਸੰਗਤਾਂ ਨੇ ਸੁਣਿਆ। ਕੋਸ਼ਿਸ਼ ਬਹੁ ਮੋਲੀ ਬਨਵਾਈ, ਹਾਂਜੀ, ਪੁੱਤਰ ਹੇਤ ਅਰਦਾਸ ਕਰਾਈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਸਤੇ ਚੇਤਾ ਰੱਖਿਓ, ਸਤਿਗੁਰੂ ਜੀ ਦਾ ਸਤਿਕਾਰ ਉਦੋਂ ਤੋਂ ਹੀ ਹੈ ਜੀ। ਭਾਵੇਂ ਮਹਾਰਾਜ ਉਦੋਂ ਗੁਰਤਾ ਗੱਦੀ ਤੇ ਨਹੀਂ ਸੀ ਬੈਠੇ, ਪਰ ਸਤਿਕਾਰ ਉਦੋਂ ਵੀ ਪੂਰਾ ਹੀ ਸੀਗਾ ਜੀ। ਬਹੁਤ ਸੋਹਣਾ ਬਸਤਰ ਮੰਗਵਾ ਕੇ ਮਹਾਰਾਜ ਜੀ ਨੂੰ ਭੇਟ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਗ੍ਰੰਥ ਸਾਹਿਬ ਕਹਿੰਦੇ ਸੀਗੇ, ਭੇਟ ਕੀਤਾ ਗਿਆ। ਸਭ ਮੈਂ ਪੰਚਾ ਅੰਮ੍ਰਿਤ ਵਰਤਾਇਓ। ਫਿਰ ਸਾਰੀ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤਾਇਆ ਗਿਆ ਜੀ। ਹਾਂਜੀ, ਸ਼ੋਕ ਸਦਨ ਤੇ ਸਕਲ ਨਸਾਇਓ। ਤੇ ਸਹਿਜੇ ਸਹਿਜੇ ਹੌਲੀ ਹੌਲੀ ਫਿਰ ਸ਼ੋਕ ਦੂਰ ਹੋਇਆ ਜੀ। ਹਾਂਜੀ, ਗੁਰ ਘਰ ਕੀ ਮਰਜ਼ਾਦਾ ਜੇਤੀ, ਜੋ ਗੁਰੂ ਘਰ ਦੀ ਮਰਿਆਦਾ ਸੀ। ਹਾਂਜੀ, ਸਤਿਗੁਰ ਕਰਵਾਏ ਤਬ ਤੇਤੀ। ਮਹਾਰਾਜ ਨੇ ਸਾਰੀ ਉਹ ਮਰਿਆਦਾ ਨਿਭਾਈ ਜੀ। ਮਰਿਆਦਾ 'ਚ ਨਹੀਂ ਫਰਕ ਪੈਣ ਦਿੱਤਾ ਮਹਾਰਾਜ ਨੇ। ਹਾਂਜੀ, ਅਗਲੇ ਦਿਵਸ ਵਿਸਰਜਨ ਕਰੇ। ਹਾਂਜੀ, ਅਟਲ ਰਾਏ ਹਿਤ ਆਏ ਜੋ ਬਰੇ। ਸੋ ਜਿੰਨੀਆਂ ਸੰਗਤਾਂ ਬਾਬਾ ਅਟਲ ਰਾਏ ਸਾਹਿਬ ਜੀ ਦੇ ਨਿਮਿਤ ਆਈਆਂ, ਉਹ ਸਾਰੀਆਂ ਸੰਗਤਾਂ ਨੂੰ ਅਗਲੇ ਦਿਨ ਤੋਰਿਆ ਮਹਾਰਾਜ ਨੇ। ਹਾਂਜੀ, ਤ੍ਰੈ ਜੁਤ ਦਾਸ ਨਾਰਾਇਣ ਗਇਓ। ਬਾਬਾ ਨਾਰਾਇਣ ਦਾਸ ਜੀ ਆਪਣੀ ਪਤਨੀ ਦੇ ਸਮੇਤ ਆਪਣੇ ਨਗਰ ਨੂੰ ਚਲੇ ਗਏ। ਔਰ ਡੱਲੇ ਜਸ ਉਚਰਤ ਭਇਓ। ਡੱਲੇ ਪਿੰਡ ਗਏ ਜੀ, ਡੱਲੇ ਪਿੰਡ ਜੀ। ਇਹ ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਹਨ ਨਾ, ਆਖੋ ਵਾਹਿਗੁਰੂ। ਹਾਂਜੀ, ਦੁਆਰਾ ਭਾਗਣ ਸਹਿਤ ਸਿਧਾਰਾ। ਭਾਈ ਦੁਆਰਾ ਜੀ ਆਪਣੀ ਪਤਨੀ ਬੀਬੀ ਭਾਗਣ ਜੀ ਦੇ ਸਹਿਤ ਉਹ ਵੀ ਚਲੇ ਗਏ। ਗੁਰੂ ਅਮਰ ਕੋ ਬੰਸ ਪਧਾਰਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਬੰਸ ਆਈ ਸੀ, ਉਹ ਵੀ ਚਲੇ ਗਏ। ਤੇ ਹਣ ਗਏ ਖਡੂਰ ਮਝਾਰੀ। ਤੇਣ ਆਏ ਸਨ ਖਡੂਰ ਸਾਹਿਬ ਤੋਂ ਪਿਆਰਿਓ, ਉਹ ਵੀ ਆਪਣੇ ਨਗਰ ਨੂੰ ਚਲੇ ਗਏ। ਰਾਮਾ ਗਮਨਿਓ ਲੇ ਨਿਜ ਨਾਰੀ। ਤੇ ਬਾਬਾ ਰਾਮਾ ਜੀ, ਭਾਈ ਰਾਮਾ ਜੀ, ਹਾਂਜੀ, ਮਾਤਾ ਮਰਵਾਹੀ ਜੀ ਦੇ ਪਿਤਾ ਜੀ, ਉਹ ਵੀ ਚਲੇ ਗਏ। ਇਨ ਤੇ ਆਦ ਜੋ ਆਵਤ ਭਏ। ਇਹਨਾਂ ਤੋਂ ਉਪਰੰਤ ਜਿਹੜੇ ਹੋਰ ਵੀ ਆਏ ਸਨ ਨਾ ਜੀ। ਹਾਂਜੀ, ਗੁਰ ਸੋ ਮਿਲ ਮਿਲ ਨਿਜ ਘਰ ਗਏ। ਸਾਰੇ ਸਤਿਗੁਰੂ ਜੀ ਨੂੰ ਮਿਲ ਕੇ ਆਗਿਆ ਲੈ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਹਾਂਜੀ, ਸਭ ਹੀ ਸੁਨ ਸੁਨ ਚਰਜ ਗਾਥਾ। ਪਰ ਸਾਰੇ ਇਹ ਗੱਲ ਸੁਣ ਕੇ ਹੈਰਾਨ ਸਨ, ਕਿਵੇਂ ਮੁਰਦੇ ਨੂੰ ਜਿਉਂਦਾ ਕੀਤਾ, ਕਿਵੇਂ ਸਹਿਜੇ ਹੀ ਸਰੀਰ ਤਿਆਗ ਦਿੱਤਾ। ਹੈਰਾਨ ਸਨ ਸਾਰੇ। ਹਾਂਜੀ, ਸਿਸ ਜੀਵਾਇਸ ਅਜ਼ਮਤ ਸਾਥਾ। ਕਮਾਲ ਹੈ, ਕਮਾਲ ਹੈ। ਮਰਿਆ ਬੰਦਾ ਬਾਬਾ ਜੀ ਨੇ ਜਿਉਂਦਾ ਕਰਤਾ। ਹਾਂਜੀ, ਪਿਤਾ ਰਿਸਿਓ ਜਬ ਹੀਰਨ ਕੀਨਾ। ਹਾਂਜੀ, ਆਪਣੋ ਤਨ ਤਬ ਤਿਆਗਨ ਤੇ ਕੀਨਾ। ਉਹਦੇ ਤੋਂ ਵੀ ਵੱਡੀ ਗੱਲ, ਜਦੋਂ ਸਤਿਗੁਰੂ ਜੀ ਦਾ ਰੁੱਖ ਵੇਖਿਆ ਤੇ ਖਿਨ ਲਾਇਆ, ਸਰੀਰ ਤਿਆਗਣ ਲੱਗਿਆ। ਕਮਾਲ ਹੈ ਭਾਈ। ਹਾਂਜੀ, ਮਹਾਪੁਰਖ ਪੂਰਨ ਅਸ ਕੋਈ। ਇਹ ਤਾਂ ਐਸਾ ਕੋਈ ਪੂਰਨ ਮਹਾਂਪੁਰਖ ਹੀ ਹੋ ਸਕਦਾ ਜਿਹੜਾ ਐਸਾ ਕੰਮ ਕਰੇ। ਹਾਂਜੀ, ਬਾਲ ਬੈਸ ਅਸ ਅਜ਼ਮਤ ਹੋਈ। ਬਾਲ ਉਮਰ ਪਰ ਕਰਾਮਾਤ ਕਿੰਨੀ ਵੱਡੀ ਹੈ। ਹਾਂਜੀ, ਕਹੈ ਸੁਣੈ ਬਿਸਮੈ ਇਮ ਸਾਰੇ। ਇਸ ਤਰ੍ਹਾਂ ਕਹਿ ਸੁਣ ਕੇ ਸਾਰੇ ਹੈਰਾਨ ਹੁੰਦੇ ਆ, ਬਾਬਾ ਜੀ ਦੀ ਅਚਰਜ ਕਥਾ ਕਰਦੇ ਆ ਜੀ। ਨਿਜ ਨਿਜ ਪੁਰ ਅਰ ਗ੍ਰਾਮ ਉਚਾਰੇ। ਆਪੋ ਆਪਣੇ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਸਾਰੇ ਜਾਈ ਜਾਂਦੇ ਆ ਜੀ। ਹਾਂਜੀ, ਕੇਤਕ ਕਹੈ ਸਬੰਤੇ ਭਾਰੀ। ਹਾਂਜੀ, ਗਾਦੀ ਸ਼੍ਰੀ ਨਾਨਕ ਸੁਖਕਾਰੀ। ਆਖੋ ਵਾਹਿਗੁਰੂ। ਫਿਰ ਆਖੋ ਭਾਈ। ਤੇ ਕਈ ਤੇ ਫਿਰ ਸਾਧ ਸੰਗਤ ਜੀ ਇਹ ਵੀ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਬੜੀ ਕਰਾਮਾਤੀ ਹੈ।
ਇੱਥੇ ਤਾਂ ਛੋਟੇ ਛੋਟੇ ਬਾਲਾਂ 'ਚ ਕਰਾਮਾਤਾਂ ਹਨ। ਹਾਂਜੀ, ਜਿਨ ਕੇ ਸਮ ਜਗ ਭਇਓ ਨ ਕੋਈ। ਮਤਲਬ ਇਸ ਗੱਦੀ ਦੇ ਬਰਾਬਰ ਹੋਰ ਕੋਈ ਗੱਦੀ ਨਹੀਂ ਹੈਗੀ ਜੀ, ਤੇ ਉਸ ਗੱਦੀ ਦੇ ਮਾਲਕ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਹਨ ਜੀ। ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ, ਦਾਸ ਘਨੇ ਅਜ਼ਮਤ ਜੁਤ ਹੋਈ। ਤੇ ਬਹੁਤ ਸੇਵਕ ਆਏ ਤੇ ਗੁਰੂ ਸਾਹਿਬ ਦੇ ਸਾਰੇ ਸੇਵਕ ਹੀ ਕਰਾਮਾਤਾਂ ਵਾਲੇ ਬਣ ਗਏ, ਸਾਰੇ ਹੈਰਾਨ ਸਨ ਜੀ। ਹਾਂਜੀ, ਲੱਖੋ ਭਗਤ ਗਿਆਨ ਜੁਤ ਹਵੈ ਕੈ। ਲੱਖਾਂ ਸਿੱਖਾਂ ਨੂੰ ਇਸ ਗੱਦੀ ਤੋਂ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਜੀ। ਹਾਂਜੀ, ਲਹਿਓ ਪਰਮ ਪਦ ਗੁਰਮਤ ਪੈ ਕੈ। ਪਰਮ ਪਦਵੀ ਦੀ ਗੁਰੂ ਦੀ ਮੱਤ ਦੀ ਪ੍ਰਾਪਤੀ ਇਸੇ ਗੱਦੀ ਤੋਂ ਹੋਈ ਜੀ। ਹਾਂਜੀ, ਦਾਸ ਦਾਸ ਕੇ ਦਾਸ ਵਿਸਾਲੇ। ਵਾਹ ਜੀ ਵਾਹ। ਸਾਰੇ ਆਪਸ 'ਚ ਪਤਾ ਕੀ ਗੱਲਾਂ ਕਰਦੇ? ਗੁਰੂ ਨਾਨਕ ਸਾਹਿਬ ਦੇ ਜਿਹੜੇ ਦਾਸ ਨੇ, ਅੱਗੋਂ ਉਹਨਾਂ ਦੇ ਜਿਹੜੇ ਦਾਸ ਨੇ, ਅੱਗੋਂ ਉਹਨਾਂ ਦੇ ਜਿਹੜੇ ਦਾਸ ਨੇ, ਦਾਸਾਂ ਦੇ ਦਾਸ, ਤੇ ਅੱਗੋਂ ਦਾਸਾਂ ਦੇ ਵੀ ਦਾਸ ਜਿਹੜੇ ਨੇ ਨਾ, ਉਹ ਵੀ ਮਹਾਨ ਹਨ ਜੀ। ਇਹ ਤਾਂ ਘਰ ਹੀ ਬੜਾ ਵੱਡਾ ਜੀ। ਇੱਥੇ ਤਾਂ ਸੇਵਕਾਂ ਦੇ ਸੇਵਕ, ਅੱਗੋਂ ਉਹਨਾਂ ਦੇ ਸੇਵਕ, ਅੱਗੋਂ ਉਹਨਾਂ ਦੇ ਸੇਵਕ ਨਹੀਂ ਮਾਣ, ਸਾਰਿਆਂ ਨੂੰ ਵੱਡੀਆਂ ਵਡਿਆਈਆਂ ਮਿਲਦੀਆਂ ਹਨ। ਹਾਂਜੀ, ਤਿਸ ਘਰ ਕੇ ਪੇ ਅਜ਼ਮਤ ਵਾਲੇ। ਹਾਂ, ਉਹ ਵੀ ਕਰਾਮਾਤਾਂ ਵਾਲੇ ਹੋ ਗਏ, ਕਰਾਮਾਤਾਂ ਵਾਲੇ ਹੋ ਗਏ। ਹਾਂਜੀ, ਕਰਾਮਾਤ ਸਾਹਿਬ ਸੁਤ ਹੋਵਾ। ਤੇ ਕਰਾਮਾਤਾਂ ਵਾਲਾ ਪੁੱਤ ਪੈਦਾ ਹੋਇਆ ਜੀ। ਜਿੱਥੇ ਨੌਕਰ ਹੀ ਨਹੀਂ ਮਾਣ, ਉੱਥੇ ਪੁੱਤ ਕਿੰਨੇ ਵੱਡੇ ਹੋਣਗੇ ਜੀ। ਹਾਂਜੀ, ਇਸ ਮੈਂ ਕਿਆ ਅਚਰਜ ਤੁਮ ਜੋਵਾ। ਇਹਦੇ 'ਚ ਕਿਹੜੀ ਵੱਡੀ ਗੱਲ ਹੈ? ਇਸ ਘਰ ਵਿੱਚ ਤੇ ਸੇਵਾ ਕਰਨ ਵਾਲੇ ਬੜੇ ਮਹਾਨ ਨੇ, ਗੁਰੂ ਦੇ ਪੁੱਤ ਕਿਉਂ ਨਹੀਂ ਮਹਾਨ ਹੋਣਗੇ ਜੀ। ਹਾਂਜੀ, ਸ਼ਾਹ ਜਹਾਂ ਜਗ ਪਤ ਇਸ ਕਾਲਾ। ਕਰਿਓ ਤਾਹੇ ਸੋ ਜੰਗ ਕਰਾਲਾ। ਕਹਿੰਦੇ ਪਤਾ ਨਹੀਂ ਕੀ ਗੱਲ ਹੈ, ਸ਼ਾਹਜਹਾਨ ਦੇ ਅੰਦਰ ਕੀ ਵੜ ਗਿਆ, ਉਹ ਜੰਗ ਕਰਦਾ ਫਿਰਦਾ ਮਹਾਰਾਜ ਨਾਲ। ਹਾਂਜੀ, ਆਜ ਕੌਣ ਤੇ ਸੰਗ ਬਿਗਾਰੇ। ਹਾਂਜੀ, ਐਸੇ ਸ਼ਾਹ ਜਿਨ ਹੋਤੇ ਹਾਰੇ। ਭਾਈ ਗੁਰੂ ਸਾਹਿਬ ਕਿੰਨੇ ਵੱਡੇ ਨੇ, ਵੱਡੇ ਵੱਡੇ ਬਾਦਸ਼ਾਹ ਵੀ ਜੰਗ ਵਿੱਚ ਹਾਰ ਜਾਂਦੇ ਮਹਾਰਾਜ ਕੋਲੋਂ। ਗੱਜ ਕੇ ਆਖੋ, ਇਹ ਧੁਰ ਦੀ ਤਾਕਤ ਹੈ, ਇਹ ਮਹਾਸ਼ਕਤੀ ਹੈ, ਮਹਾਸ਼ਕਤੀ ਜੀ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਮਹਾਸ਼ਕਤੀ ਹੈ। ਇੱਥੇ ਕੋਈ ਨਹੀਂ ਅੜ ਸਕਦਾ। ਹਾਂ, ਅੜਨ ਵਾਲਾ ਝੜ ਜ਼ਰੂਰ ਸਕਦਾ ਹੈ ਜੀ। ਹਾਂਜੀ, ਪੰਚ ਗੁਰੂ ਵਰਤੇ ਵਿੱਚ ਪੀਰੀ। ਤੇ ਪੰਜ ਗੁਰੂ ਸਾਹਿਬ ਪੀਰੀ 'ਚ ਹੀ ਵਰਤੇ, ਰੂਹਾਨੀਅਤ 'ਚ ਵਰਤੇ। ਹਾਂਜੀ, ਅਬਦ ਵੈ ਤਰ ਪੀਰੀ ਅਰ ਮੀਰੀ। ਪਰ ਹੁਣ ਸੱਚੇ ਪਾਤਸ਼ਾਹ ਨੇ ਦੋ ਧਾਰਨ ਕਰ ਲਈਆਂ, ਮੀਰੀ ਤੇ ਪੀਰੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕਰ, ਮੂਰਤ ਹਰ ਗੋਬਿੰਦ ਸਵਾਰੀ। ਹਾਂਜੀ, ਅਜ਼ਮਤ ਜੁਤ ਕੋ ਪੀਰ ਨਾ ਅਰੈ। ਹਾਂਜੀ, ਕੋ ਅਸ ਮੀਰ ਜੇ ਤਰਾਸ ਨਾ ਧਰੈ। ਕੋਈ ਵੀ ਕਰਾਮਾਤੀ ਪੀਰ ਅੱਗੇ ਖੜਾ ਨਹੀਂ ਹੋ ਸਕਦਾ। ਐਸਾ ਕੋਈ ਬਾਦਸ਼ਾਹ ਨਹੀਂ ਹੈ ਜਿਹੜਾ ਗੁਰੂ ਸਾਹਿਬ ਤੋਂ ਡਰਦਾ ਨਾ ਹੋਵੇ। ਉਤੋਂ ਉਤੋਂ ਭਾਵੇਂ ਕਹਿੰਦੇ ਸ਼ਾਹਜਹਾਂ ਆਕੜਿਆ ਫਿਰਦਾ, ਪਰ ਅੰਦਰੋਂ ਤੇ ਮਾਰਤ ਤੋਂ ਡਰਦਾ ਹੀ ਹੈ। ਹੁਣ ਵੇਖ ਲਓ, ਸ਼ਾਹਜਹਾਂ ਨੇ ਦੀਆਂ ਫੌਜਾਂ ਨੇ 4 ਵਾਰ ਜੰਗ ਕੀਤੀ, ਪਰ ਸ਼ਾਹਜਹਾਂ ਆਪ ਨਹੀਂ ਸਾਹਮਣੇ ਹੋਇਆ ਕਦੀ ਜੀ। ਬੰਦੇ ਹੀ ਭੇਜੇ ਜੀ, ਆਪ ਨਹੀਂ ਸਾਹਮਣੇ ਹੋਇਆ। ਜੇ ਹੈਗੀ ਸੀ ਜੁਰਤ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਆਪ ਸਾਹਮਣੇ ਹੁੰਦਾ ਜੀ, ਪਤਾ ਲੱਗ ਜਾਂਦਾ ਜੀ। ਇੱਕ ਵਾਰੀ ਮੁਗਲਸ ਖਾਨ ਨੂੰ, ਅਬਦੁੱਲੇ ਨੂੰ, ਇੱਕ ਵਾਰੀ ਲੱਲਾ ਬੇਗ ਨੂੰ ਭੇਜਿਆ, ਇੱਕ ਵਾਰੀ ਕਾਲੇ ਖਾਨ ਨੂੰ ਭੇਜਿਆ, ਆਪ ਤਾਂ ਨਹੀਂ ਨਾ ਸਾਹਮਣੇ ਆਇਆ। ਹਾਂਜੀ, ਤਿਸ ਘਰ ਕੋ ਬੰਧਨ ਹੀ ਬਨੇ। ਭਾਈ ਐਸੇ ਘਰ ਨੂੰ ਤਾਂ ਸਦਾ ਮੱਥਾ ਹੀ ਟੇਕਣਾ ਚਾਹੀਦਾ। ਆਪਾਂ ਵੀ ਟੇਕੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ, ਇਮ ਜਗ ਸਗਰੋ ਗੁਰ ਜਸ ਭਨੈ। ਇਸ ਤਰੀਕੇ ਨਾਲ ਸਾਰੇ ਮਹਾਰਾਜ ਜੀ ਦਾ ਜਸ ਜਿਹੜਾ ਹੈ ਉਹ ਕਰਦੇ ਹਨ। ਸ਼੍ਰੀ ਸਤ ਗੁਰ ਹਰ ਗੋਬਿੰਦ ਚੰਦ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤਾਂ ਚੰਦ ਵਰਗੇ ਨੇ, ਜਿਵੇਂ ਤਾਰਿਆਂ 'ਚ ਚੰਦ ਫੱਬਦਾ ਹੈ। ਹਾਂਜੀ, ਬੈਠੇ ਤਖਤ ਅਕਾਲ ਬਿਲੰਦ। ਮਹਾਰਾਜ ਗਰੀਬ ਨਵਾਜ ਇਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਬੈਠੇ ਹਨ।
ਵੱਡੋ ਕੁਟੰਬ ਭਇਓ ਜਿਨ ਕੇਰ। ਪਰਿਵਾਰ ਵੀ ਵੱਡਾ ਜੀ ਗੁਰੂ ਹਰਗੋਬਿੰਦ ਸਾਹਿਬ ਦਾ। ਹਾਂਜੀ, ਸੁਤ ਪੁੱਤਰਾ ਸੰਬੰਧ ਵਡੇਰ। ਹੁਣ ਤਾਂ ਮੇਰੇ ਸਤਿਗੁਰੂ ਜੀ ਦੇ ਘਰ 'ਚ ਪੋਤਰਾ ਵੀ ਪੈਦਾ ਹੋ ਗਿਆ ਜੀ। ਹਾਂਜੀ, ਸਭ ਮੈਂ ਵਰਤੈ ਸਹਿਜ ਸੁਭਾਏ। ਸਤਿਗੁਰੂ ਜੀ ਸਹਿਜ ਸੁਭਾਈ ਵਰਤਦੇ ਆ, ਸਹਿਜ ਦੇ ਵਿੱਚ ਸਾਰਿਆਂ ਨੂੰ ਮਿਲਦੇ ਗਿਲਦੇ ਆ, ਕੋਈ ਮੋਹ ਨਹੀਂ ਹੈ। ਹਾਂਜੀ, ਜਿਮ ਅਰਬਿੰਦ ਨ ਜਲ ਲਿਪਤਾਏ। ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਪਰ ਪਾਣੀ ਨੂੰ ਛਾਉਂਦਾ ਨਹੀਂ ਹੈ, ਉੱਪਰ ਹੀ ਰਹਿੰਦਾ, ਮਹਾਰਾਜ ਨਿਰਲੇਪ ਰਹਿੰਦੇ ਆ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਹਾਂਜੀ, ਹਰਿਖ ਸ਼ੋਕ ਉਪਜੈ ਬਹੁ ਬਾਰ। ਖੁਸ਼ੀ ਗਮੀ ਤੇ ਜ਼ਿੰਦਗੀ 'ਚ ਕਈ ਵਾਰੀ ਆਉਂਦੀ ਹੈ ਸਾਧ ਸੰਗਤ ਜੀ। ਖੁਸ਼ੀ ਵੀ ਤੇ ਆਉਂਦੀ ਹੈਗੀ ਨਾ ਜੀ। ਹਾਂਜੀ, ਤੇ ਗਮੀ ਵੀ ਆ ਜਾਂਦੀ ਹੈ। ਹਾਂਜੀ, ਮਿਟੈ ਸੋ ਕਿਮ ਜੋ ਵਧਿਓ ਪਰਿਵਾਰ। ਹਾਂ, ਪਰ ਉਹ ਹੁਣ ਕਿਵੇਂ ਖਤਮ ਹੋ ਸਕਦੀ ਹੈ? ਖੁਸ਼ੀ ਗਮੀ ਤਾਂ ਚੱਲਦੀ ਰਹਿੰਦੀ ਹੈ। ਜਦੋਂ ਸਰੀਰ ਧਾਰਨ ਕਰ ਲਿਆ, ਖੁਸ਼ੀ ਵੀ ਆਉਣੀ ਹੈ, ਗਮੀ ਵੀ ਆਉਣੀ ਹੈ, ਤੇ ਕਹਿੰਦੇ ਇਹ ਤਾਂ ਫਿਰ ਕੰਮ ਚੱਲਦਾ ਹੀ ਹੈ। ਹਾਂਜੀ, ਦੁੱਖ ਸੁੱਖ ਸਦਾ ਸੰਗ ਹੀ ਰਹੇ। ਪਰ ਪਰਿਵਾਰ ਗੁਰੂ ਜੀ ਦਾ ਖੂਬ ਵਧਿਆ, ਤੇ ਜਿਹੜਾ ਵਧਿਆ ਪਰਿਵਾਰ ਹੈ, ਖੁਸ਼ੀਆਂ ਗਮੀਆਂ ਆਉਂਦੀਆਂ ਹੀ ਰਹਿੰਦੀਆਂ ਹਨ। ਦੁੱਖ ਸੁੱਖ ਸਦਾ ਸੰਗ ਹੀ ਰਹੈ। ਇੱਥੇ ਦੁੱਖ ਵੀ ਨਾਲ ਹੀ ਰਹਿਣਾ, ਸੁੱਖ ਵੀ ਨਾਲ ਹੀ ਰਹਿਣਾ। ਹਾਂਜੀ, ਕਬ ਪ੍ਰੈ ਕਬ ਅਪ੍ਰੈ ਹੋਏ ਚਹੈ। ਕਦੀ ਤੇ ਸੁਖਦਾਈ ਸੰਸਾਰ 'ਚ ਕੰਮ ਹੋ ਜਾਂਦੇ, ਕਦੀ ਬੜੇ ਦੁਖਦਾਈ ਹੋ ਜਾਂਦੇ। ਆਮ ਬੰਦੇ ਵਾਸਤੇ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰਾ ਜਾਏ ਮਨੁੱਖ। ਸੁੱਖ ਤੇ ਦੁੱਖ ਕੱਪੜੇ ਆ, ਪਾਉਣੇ ਹੀ ਪੈਂਦੇ ਆ। ਹਾਂਜੀ, ਇਸ ਤੇ ਹਰਖ ਸ਼ੋਕ ਉਪਜੰਤੇ। ਇਹਦੇ ਨਾਲ ਹੀ ਹਰਖ ਖੁਸ਼ੀ ਗਮੀ ਪੈਦਾ ਹੁੰਦੀ ਹੈ। ਰਾਗ ਦਵੈਖ ਕੋ ਬਹੁਰ ਵਧੰਤੇ। ਪ੍ਰੇਮ ਵੀ ਵੱਧਦਾ, ਤੇ ਜਦੋਂ ਗਮੀ ਕਿਸੇ ਕਰਕੇ ਮਿਲਦੀ ਫਿਰ ਈਰਖਾ ਵੀ ਵੱਧਦੀ ਹੈ। ਹਾਂਜੀ, ਤਿਨ ਤੇ ਉਪਜੈ ਬ੍ਰਿੰਦ ਵਿਕਾਰਾ। ਪਰ ਇਹਦੇ ਨਾਲ ਵਕਾਰ ਹੀ ਪੈਦਾ ਹੁੰਦੇ ਆ ਜੀ। ਰੱਬ ਨਾਲੋਂ ਸੁਰਤ ਟੁੱਟਦੀ ਹੈ ਬੰਦੇ ਦੀ ਜੀ। ਹਾਂਜੀ, ਫਸੇ ਸਕਲ ਹੀ ਜੀਵ ਸੰਸਾਰਾ। ਤੇ ਸਾਰੇ ਜੀਵ ਇਹਦੇ ਵਿੱਚ ਫਸੇ ਹੋਏ ਨੇ। ਕੱਜ ਕੇ ਆਖੋ। ਕੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ਼ਬਦ ਲੜੀਵਾਰ ਕਥਾ ਸੀਗੀ, ਉਹਦੇ 'ਚ ਇਹੋ ਹੀ ਬਚਨ ਆਇਆ ਸੀ, ਕੁਦਮ ਕਰੇ ਪਸ ਪੰਖੀਆ। ਹਾਂਜੀ, ਡੰਗਰ ਤੇ ਪੰਛੀ ਕੰਮ ਤੇ ਵੀ ਕਰਦੇ ਜੀ, ਪਰ ਇਹਨਾਂ ਨੂੰ ਅੱਗੇ ਨਹੀਂ, ਮੌਤ ਨਹੀਂ ਵੇਖਦੀ, ਦਿਸੈ ਨਾ ਹੀ ਕਾਲ, ਅਗਲਾ ਸਮਾਂ ਨਹੀਂ ਵੇਖਦਾ। ਉਦਮ ਤੇ ਵੀ ਕਰ ਰਹੇ ਆ, ਡੰਗਰ ਵੀ ਉਦਮ ਕਰਦਾ ਜੀ ਰੋਟੀ ਪਾਣੀ ਵਾਸਤੇ। ਉਹ ਇਹ ਬਣਾਉਂਦਾ ਨਹੀਂ ਹੈ, ਉਹਦੀ ਘਾਹ ਖਾਂਦਾ, ਤੇ ਫਿਰ ਮਾਸ ਵੀ ਖਾਈ ਜਾਂਦਾ ਜੀ ਦੂਜੇ ਜੀਵਾਂ ਨੂੰ ਮਾਰ ਕੇ। ਜਦੋਂ ਬੱਕਰੇ ਨੂੰ ਮਾਰਨਾ ਹੁੰਦਾ ਨਾ, ਇੱਕ ਵਾਰੀ ਕਸਾਈ ਉਹਨੂੰ ਇੱਜੜ 'ਚ ਛੱਡਦਾ ਹੈ, ਬੱਕਰਾ ਭੁੜਕਦਾ, ਨੱਚਦਾ, ਟੱਪਦਾ, ਫਿਰ ਉਹਨੂੰ ਬਾਅਦ 'ਚ ਮਾਰਦਾ ਜੀ, ਉਹ ਖੁਸ਼ ਕਰਕੇ ਜੀ। ਹਾਂਜੀ, ਫਿਰ ਮਾਰਦਾ ਤੇ ਕਿਵੇਂ ਟੰਗਿਆ ਹੁੰਦਾ ਮਾਰ ਕੇ ਜੀ। ਉਦੋਂ ਬੜੇ ਕੁਦਮ ਕਰਦਾ, ਕੁੱਦਦਾ, ਕਲੋਲਾਂ ਕਰਦਾ, ਪਰ ਕਾਲ ਨਹੀਂ ਪਤਾ ਲੱਗਦਾ ਵੀ ਮੌਤ ਤੇ ਖਲੋਤੀ ਹੈ। ਪੰਖੀਆਂ ਦੀ ਗੱਲ ਕੀਤੀ। ਸ਼ਿਕਾਰੀ ਸੰਗਤ ਦੀ ਚੋਗਾ ਪਾ ਦਿੰਦਾ, ਪਹਿਲਾਂ ਵਿਛਾਉਂਦਾ ਜਾਲ ਤੇ ਉੱਤੇ ਪਾਉਂਦਾ ਚੋਗਾ, ਤੇ ਜਦੋਂ ਪੰਛੀ ਫਿਰ ਆ ਕੇ ਕਲੋਲਾਂ ਕਰਦੇ ਨਾ, ਕਲੋਲਾਂ ਚੋਗਾ ਚੁਗਦੇ, ਕਲੋਲਾਂ ਕਰਦੇ, ਉਹ ਸਹਿਜੇ ਜਿਹੇ ਖਿੱਚ ਦਿੰਦਾ ਜਾਲ ਤੋਂ, ਫਸ ਜਾਂਦੇ ਜੀ। ਤੇ ਫਸੇ ਹੋਏ ਪੰਛੀਆਂ ਨੂੰ ਫਿਰ ਮਾਰ ਕੇ ਵੇਚਦੇ ਜੀ ਉਹ ਜੀ। ਦਿਸੇ ਨਾ ਹੀ ਕਾਲ, ਉੱਥੇ ਸਾਤ ਮਨੁੱਖ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਇਸੇ ਤਰ੍ਹਾਂ ਬੰਦਾ ਉੱਥੇ ਸਾਤ ਮਨੁੱਖ ਹੈ, ਮਾਇਆ ਦੇ ਵਿੱਚ ਫਸਿਆ ਹੋਇਆ ਜੀ। ਇਹ ਵੀ ਮਾਇਆ ਦੇ ਜਾਲ 'ਚ ਫਸਿਆ ਪਿਆ। ਕੱਢ ਕੇ ਆਖੋ, ਫਸਿਆ ਪਿਆ। ਕੱਲ ਸ੍ਰੀ ਕੇਸਗੜ੍ਹ ਸਾਹਿਬ ਇਸ ਪੰਕਤੀ ਦੀ ਕਥਾ ਹੋਈ ਸੀਗੀ। ਇਸ ਕਰਕੇ ਦਾਸ ਬੇਨਤੀ ਕਰਦਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਹਨ, ਕਹਿੰਦੇ ਸਾਰਾ ਸੰਸਾਰ ਹੀ ਫਸਿਆ ਹੀ ਪਿਆ। ਜਿਵੇਂ ਜਾਨਵਰ ਫਸ ਜਾਂਦੇ ਕਲੋਲਾਂ ਕਰਦੇ, ਉਵੇਂ ਬੰਦਾ ਵੀ ਫਸ ਜਾਂਦਾ। ਹਾਂ, ਮੁਕਤੇ ਸੇ ਹੀ ਭਾਲੀਆ ਹੈ ਜੇ ਸੱਚਾ ਨਾਮ ਸੰਭਾਲ। ਇੱਥੇ ਮੁਕਤ ਉਹ ਹੀ ਆ ਜਿਹੜੇ ਸੱਚੇ ਨਾਮ ਦੀ ਸੰਭਾਲ ਕਰਦੇ ਆ। ਹਾਂਜੀ,
ਸਭ ਕੋ ਮੂਲ ਲਖੋ ਤਨ ਹੰਤਾ। ਪਰ ਜੋ ਫਸਦਾ, ਜਿੰਨੇ ਜੀਵ ਫਸੇ ਪਏ ਆ ਸਰੀਰ ਕਰਕੇ ਹੀ ਫਸੇ ਆ। ਕੋਈ ਜੀਵ ਕਰਕੇ ਫਸਿਆ, ਜੀਵ ਸਰੀਰ ਨਾਲ ਹੀ ਹੈ, ਸਰੀਰ ਦੀ ਹਉਮੈ ਕਰਕੇ ਫਸਦਾ ਸਾਰੇ ਜੀਵ। ਹਾਂਜੀ। ਪੁਨ ਮਮਤਾ ਇਸ ਤੇ ਉਪਜੰਤਾ। ਫਿਰ ਮਮਤਾ ਬੜੀ ਪੈਦਾ ਹੁੰਦੀ ਹੈ, ਮੋਹ ਬੜਾ ਪੈਦਾ ਹੁੰਦਾ ਹੈ। ਹਾਂਜੀ। ਇਤ ਤੇ ਆਗੇ ਉਤਪਤ ਜਨ ਹੋ। ਇਹਦੇ ਤੋਂ ਅੱਗੇ ਹੀ ਪਿਆਰ ਵੱਧਦਾ, ਈਰਖਾ ਵੱਧਦੀ, ਸਾਧ ਸੰਗਤ ਜੀ ਅੱਗੋਂ ਅੱਗੋਂ ਕੰਮ ਤੁਰੀ ਜਾਂਦਾ ਜੀ। ਆਖੋ। ਜਿਵੇਂ ਬੱਚਾ ਛੋਟਾ ਹੁੰਦਾ ਉਦੋਂ ਜੰਜਾਲ ਘੱਟ ਹੁੰਦੇ ਆ, ਸਹਿਜੇ ਸਹਿਜੇ ਜਿਉਂ ਜਿਉਂ ਉਮਰ ਵੱਡੀ ਹੋਈ ਜਾਂਦੀ ਜੰਜਾਲ ਵਧੀ ਜਾਂਦੇ ਜੀ, ਵਧੀ ਜਾਂਦੇ ਜੀ। ਇਹ ਨਹੀਂ ਫਿਰ ਘਟਣ ਦਾ ਨਾਮ ਲੈਂਦੇ ਜੀ। ਇਹਦੇ ਨਾਲ ਪਹਿਲਾਂ ਹੰਕਾਰ ਤੋਂ ਜਨਮ ਹੁੰਦਾ, ਫਿਰ ਮਮਤਾ ਬਣਦੀ ਹੈ, ਫਿਰ ਰਾਗ ਈਰਖਾ ਦਵੈਸ਼ ਸਾਰੇ ਗਾਂਹ ਦੀ ਗਾਂਹ ਵਿਧਾਨ ਵਧੀ ਜਾਂਦਾ ਹੈ। ਹਾਂਜੀ। ਰਾਗ ਦਵੈਖ ਆਦਿਕ ਜੇ ਮਨ ਹੋ। ਹਾਂਜੀ। ਸੋ ਹੰਤਾ ਮਮਤਾ ਵੱਡ ਦੋਈ। ਇਸ ਕਰਕੇ ਤਨ ਦੀ ਹੰਤਾ ਮੋਹ ਇਹ ਬੜਾ ਦੁਖਦਾਈ ਮਹਾਰਾਜ ਕਹਿੰਦੇ। ਹਾਂਜੀ। ਗੁਰ ਕੈ ਤੀਨ ਕਾਲ ਨੈ ਹੋਈ। ਗੁਰੂ ਨੂੰ ਕਦੀ ਵੀ ਤਿੰਨਾਂ ਕਾਲਾਂ 'ਚ ਨਾ ਤਨ ਦੀ ਹੰਤਾ ਹੁੰਦੀ, ਨਾ ਮੋਹ ਹੁੰਦਾ, ਨਾ ਰਾਗ ਹੁੰਦਾ, ਨਾ ਦਵੈਖ ਹੁੰਦਾ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ। ਮਹਾਰਾਜ 10ਵੇਂ ਪਾਤਸ਼ਾਹ ਦੱਸਦੇ ਜੀ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਇਸ ਕਰਕੇ ਮਹਾਰਾਜ ਇਹਨਾਂ ਗੱਲਾਂ ਤੋਂ ਅੱਗੇ ਨੇ ਸਾਧ ਸੰਗਤ ਜੀ। ਮਹਾਰਾਜ ਵੀ ਅੱਗੇ ਆ। ਜਿਹੜੇ ਜੀ ਫਿਰ ਨਾਮ ਜਪਦੇ ਆ, ਡੂੰਘੇ ਜਾ ਕੇ ਨਾਮ ਜਪਦੇ ਆ, ਭਾਵ ਖੁੱਭ ਕੇ ਨਾਮ ਜਪਦੇ ਆ, ਉਹ ਵੀ ਇਹਨਾਂ ਚੀਜ਼ਾਂ ਤੋਂ ਬਚਣ ਲੱਗ ਪੈਂਦੇ ਆ ਜੀ। ਹਾਂਜੀ। ਜੈ ਕਾਰਨ ਕੋ ਲੇਸ਼ ਨ ਜਾਣ। ਉੱਥੇ ਤਾਂ ਇਹਨਾਂ ਗੱਲਾਂ, ਇਹ ਲੇਸ਼ ਮਾਤਰ ਵੀ ਗੱਲਾਂ ਨਹੀਂ ਹੈਗੀਆਂ। ਜਿੱਥੇ ਸਤਿਗੁਰੂ ਹੈ, ਸਤਿਗੁਰੂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਤਨ ਹੰਤਾ ਮਮਤਾ ਰਾਗ ਦਵੈਸ਼ ਲੇਸ਼ ਮਾਤਰ ਵੀ ਨਹੀਂ ਹੈਗੀਆਂ। ਲੇਸ਼ ਕਿਹਨੂੰ ਕਹਿੰਦੇ ਭਲਾ? ਆਖੋ ਵਾਹਿਗੁਰੂ। ਲੇਸ਼ ਬਿਲਕੁਲ ਥੋੜਾ, ਬਿਲਕੁਲ ਥੋੜੀਆਂ ਵੀ ਨਹੀਂ ਹੈਗੀਆਂ ਜੀ। ਹਾਂਜੀ। ਕਿਉ ਕਾਰਜ ਉਪਜੈ ਤਿਸ ਥਾਨ। ਤੇ ਫਿਰ ਉੱਥੇ ਕਿਉਂ ਇਹੋ ਜਿਹੀਆਂ ਚੀਜ਼ਾਂ? ਮਹਾਰਾਜ ਅੰਦਰ ਕਿਵੇਂ ਬੈਰਾਗ ਹੋ ਜਾਏਗਾ ਜੀ? ਸੰਸਾਰਕ ਪ੍ਰੇਮ ਵਾਲਾ ਜੀ। ਹਾਂਜੀ। ਜਿਸ ਧਰਨੀ ਮੈਂ ਬੀਰਜ ਬੋਵਹੁ। ਹਾਂਜੀ। ਦਲ ਫਲ ਸਹਿਤ ਤਹਾਂ ਤਰ ਜੋਵਹੁ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜਿਹਦੇ ਬਾਰੇ ਭਾਈ ਸੰਤੋਖ ਸਿੰਘ ਦੱਸਦੇ, ਕਹਿੰਦੇ ਜਿਸ ਧਰਤੀ 'ਚ ਬੀਜ ਪਾਈਏ ਨਾ, ਉੱਥੇ ਹੀ ਫਿਰ ਟਾਹਣ ਪੱਤੇ ਫੁੱਲ ਫਲ ਉੱਥੇ ਹੀ ਹੁੰਦੇ ਆ। ਹਾਂਜੀ। ਜਿਸ ਅਵਨੀ ਮੈਂ ਬੀਜ ਨ ਪਰਿਓ। ਪਰ ਜਿਸ ਧਰਤੀ 'ਚ ਬੀਜ ਹੀ ਨਾ ਪਿਆ ਹੋਵੇ, ਹਾਂਜੀ, ਕਯੋ ਦਲ ਫਲ ਜੁਤ ਹੋਏ ਤਰ ਹਰਿਓ। ਉੱਥੇ ਫਿਰ ਕਿਵੇਂ ਫਲ ਹੁੰਦੇ ਆ? ਉੱਥੇ ਨਾ ਟਾਹਣੀਆਂ ਹੁੰਦੀਆਂ ਨਾ ਪੱਤੇ ਹੁੰਦੇ ਆ, ਉੱਥੇ ਨਹੀਂ ਕੁਝ ਵੀ ਹੁੰਦਾ। ਇਹ ਬੀਜ ਕਰਕੇ ਹੀ ਹੈ। ਤਨ ਹੰਤਾ ਬੀਜ ਹੈ। ਆਖੋ ਵਾਹਿਗੁਰੂ। ਇਹ ਸਰੀਰ ਬੀਜ ਹੈ। ਸਾਰੇ ਪਵਾੜੇ ਇੱਥੋਂ ਹੀ ਸ਼ੁਰੂ ਹੁੰਦੇ ਆ ਜੀ। ਸਰੀਰ ਦੀ ਹਉਮੈ ਤੋਂ, ਮੋਹ ਤੋਂ, ਸਭ ਪਵਾੜੇ ਇੱਥੋਂ ਸ਼ੁਰੂ ਹੁੰਦੇ ਆ। ਤੇ ਜਿੱਥੇ ਤਨ ਹੰਤਾ ਹੀ ਨਹੀਂ ਹੈਗੀ ਸਾਧ ਸੰਗਤ ਜੀ, ਉੱਥੇ ਇਹ ਚੀਜ਼ਾਂ ਕਿਵੇਂ ਆ ਸਕਦੀਆਂ ਜੀ? ਹਾਂਜੀ। ਸਦਾ ਏਕ ਰਸ ਮੈਂ ਬ੍ਰਿਤ ਰਹੈ। ਮਹਾਰਾਜ ਤਾਂ ਸਦਾ ਇੱਕ ਰਸ ਬਿਰਤੀ 'ਚ ਸੁਭਾਇਮਾਨ ਗੁਰੂ ਹਰਗੋਬਿੰਦ ਸਾਹਿਬ। ਹਾਂਜੀ। ਉਥਿਤ ਨਾ ਕਬਹੁ ਸਮਾਧੀ ਅਹੈ। ਨਾ ਉਹ ਕਦੀ ਸਮਾਧੀ 'ਚ ਨੇ, ਤੇ ਨਾ ਉਹਨਾਂ ਦੀ ਕਦੀ ਸਮਾਧੀ ਦਾ ਉਥਾਨ ਹੀ ਹੋਇਆ, ਨਾ ਕਦੀ ਸਮਾਧੀ ਮੁੱਕੀ ਉਹਨਾਂ ਦੀ ਜੀ। ਹਾਂਜੀ। ਇੱਕ ਰਸ ਅਵਸਥਾ ਹੈ ਜੀ। ਇਹ ਇੱਕ ਰਸ ਅਵਸਥਾ ਇੱਕ ਸਮਾਧੀ ਹੁੰਦੀ ਹੈ ਜੀ। ਹਾਂਜੀ। ਨਿਸ ਦਿਨ ਜੋ ਵਿਚਰੈ ਬਹੁ ਬਾਰੀ। ਹਾਂਜੀ। ਪੋਸ਼ਿਸ਼ ਸ਼ੁਸ਼ਕ ਰਾਖ ਕਰ ਸਾਰੀ। ਸੋ ਅੱਗੋਂ ਜੋ ਬਚਨ ਹੈ ਉਹ ਆਪਾਂ ਕੱਲ ਨੂੰ ਹੀ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਸਿੱਖਿਆ ਦੇ ਰਹੇ ਆ। ਮਹਾਰਾਜ ਨੇ ਸਾਈਂ ਦਾਸ ਜੀ ਨੂੰ ਬਚਨ ਕਰਨਾ, ਮਾਰੋ ਲੀਕ ਧਰਤੀ ਤੇ। ਉਹਨਾਂ ਨੇ ਧਰਤੀ ਤੇ ਲੀਕ ਖਿੱਚ ਦੇਣੀ। ਮਹਾਰਾਜ ਨੇ ਕਹਿਣਾ ਫਿਰ ਹੁਣ ਮਿਟਾ ਦੇ। ਉਹ ਫਿਰ ਮਿਟਾਉਂਦੇ ਆ। ਮਹਾਰਾਜ ਕਹਿੰਦੇ ਵੀ ਜਦੋਂ ਲੀਕ ਵੱਜੀ ਸੀ ਉਦੋਂ ਖੁਸ਼ੀ ਹੋਈ,
ਕਹਿੰਦੇ ਜੀ ਨਹੀਂ। ਮਹਾਰਾਜ ਕਹਿੰਦੇ ਹੁਣ ਮਿਟ ਗਈ, ਹੁਣ ਦੁੱਖ ਹੋਇਆ? ਕਹਿੰਦੇ ਜੀ ਨਹੀਂ। ਮਹਾਰਾਜ ਕਹਿੰਦੇ ਜਿਹੜਾ ਆਤਮਾ ਦੇ ਲੈਵਲ ਤੇ ਪਹੁੰਚ ਜਾਂਦਾ ਹੈ, ਕੋਈ ਆਵੇ ਜਾਵੇ, ਫਿਰ ਉਹ ਲੀਕ ਵਾਲੀ ਗੱਲ ਬਣਦੀ ਜੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਜੋੜੋ ਸੁਰਤੀਆਂ, ਨਾਮ ਜਪੀਏ। 2 ਮਿੰਟ ਪਏ ਹੈ। ਵਾਹਿਗੁਰੂ 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 ਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਆਮ ਕਿਸੇ ਬੰਦੇ ਦਾ ਪੁੱਤ ਇਸ ਤਰ੍ਹਾਂ ਜਾਵੇ, ਉਹ ਦੁਖੀ ਹੁੰਦਾ, ਪਰ ਗੁਰੂ ਗੁਰੂ ਹੈ ਜੀ। ਗੁਰੂ ਜੀ ਦੀ ਅਵਸਥਾ ਬਹੁਤ ਵੱਡੀ ਹੈ ਜੀ। ਮਤਲਬ ਉੱਥੇ ਤੇ ਇਹ ਵਿਰਾਗ, ਮੋਹ, ਮਮਤਾ, ਇਹ ਚੀਜ਼ਾਂ ਖੜਦੀਆਂ ਹੀ ਨਹੀਂ ਜੀ ਲਾਗੇ ਜੀ। ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ